कांग्रेस ने शुरुआत कर दी। कांग्रेस कहती भी ये देख लो हुण किहड़े पासे जा रहा, भी इहदा मतलब हुण इंडिया नाम तो ही इन्हां नूं नफरत हो गई है। ਹਿੰਦੁਸਤਾਨ ਦੇ ਵਿੱਚ ਜੇ ਸਭ ਤੋਂ ਵੱਧ ਸ਼ਹਿਰਾਂ ਤੇ ਪਿੰਡਾਂ ਦੇ ਨਾਮ ਉਹ ਰਾਮ ਦੇ ਨਾਮ ਤੇ, ਨੰਬਰ 2 ਅਕਬਰ ਦੇ ਨਾਮ ਤੇ, ਨੰਬਰ 3 ਤੇ ਕ੍ਰਿਸ਼ਨ ਦੇ ਨਾਮ। ਇੰਡੀਆ ਦੇ ਵਿੱਚ ਪੂਰੇ ਦਾ ਪੂਰਾ ਇੱਕ ਸਮਾਂ ਬੌਧ ਧਰਮ ਦਾ ਬੋਲਬਾਲਾ ਰਿਹਾ ਤੇ ਹੁਣ ਤੁਸੀਂ ਦੇਖੋ ਜਿਸ ਢੰਗ ਦੇ ਨਾਲ ਤਾਲਿਬਾਨਸ ਨੇ ਬੁੱਧਾ ਦੇ ਬੁੱਤ ਉਜਾੜੇ, ਭੰਨੇ, ਇਤਿਹਾਸ ਖਤਮ ਕੀਤਾ। क्या तुसी इतिहास के पन्ने उड़ा दोगे कि हिंदुस्तान है जिहड़ा हिंदुस्तान दे विच राज रहा मुगल दा इफेक्ट है तुहाडे च? क्या तुसी उड़ा दोगे कि तुसी अंग्रेज़ां दे भी गुलाम रहे हो? जरूरत तो ज़्यादा नैशनलिज्म के वल नूं धक्किया जाण दी कोशिश हुंदी है, अल्टीमेटली रूप कम्युनिज्म दा। इंडिया is a name well claimed and well accepted and acknowledged by us. क्विट इंडिया मूवमेंट शुरू हुई, क्विट भारत मूवमेंट तो नहीं शुरू हुई सी। एंड ये भटकाओ एक दूजे ते स्कोर करन लई उन्होंने नाम इंडिया रख लिया, इन्होंने गवर्नर दी चिट्ठी भारत लिखता। देश जोड़न दी गल करो, तुसीं किहड़े 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 चीज दे विच आपां डिबेट ते बैठे, तुसीं बैठो मैं बैठा, व्हाट इज दिस इशू? इहनूं लिख के तुसीं की कर लिया? हिंदुस्तान दी खूबसूरती की है? खूबसूरती ये है कि हिंदुस्तान दे विच जद ब्याह हुंदे सी मुसलमानां दे, निकाह हुंदे सी, ब्राह्मण पिंड दा नाल साइन करदा सी निकाह नामा। ये ਜਿਹੜੀਆਂ ਪ੍ਰੋਮੀਨੈਂਟ ਮਸਜਿਦਸ ਹੈਗੀਆਂ ਜਾਂ ਮੰਦਿਰਸ ਹੈਗੇ ਜਿਹੜੇ ਕਨਵਰਟ ਕੀਤੇ ਗਏ ਆ, ਜਿਵੇਂ ਹੁਣ ਇੱਕ ਮੰਦਿਰ ਦੇ ਉੱਤੇ ਮਸਜਿਦ ਬਣਾਈ ਹੋਈ ਹੈ ਐਂਡ ਈਵਨ ਰਾਮ ਜਨਮ ਭੂਮੀ ਵਾਲੀ ਵੀ, ਤੁਸੀਂ ਆਪ ਢਾਹ ਕੇ ਨਵੇਂ ਬਣਾ ਲਓ ਉਹ ਤਾਂ ਵਾਜਿਬ ਹੈ, ਮੰਦਿਰ ਆਪ ਢਾਹ ਕੇ ਨਵਾਂ ਬਣਾ ਲਓ ਵਾਜਿਬ ਹੈ। ਜੇ ਕਿਤੇ ਕਿਸੇ ਹੋਰ ਢੰਗ ਨਾਲ ਢਹਿ ਜਾਵੇ ਤਾਂ ਦੁੱਖ ਤਕਲੀਫ ਹੁੰਦੀ ਹੈ। ਕਿਹੜੇ ਵਿਸ਼ੇ ਤੇ ਅੱਜ ਤੁਹਾਡਾ ਸਾਹਿਬ ਨਾਲ ਮੈਂ ਗੱਲਬਾਤ ਕਰਨੀ ਹੈ? ਤੁਸੀਂ ਦੇਖੋ ਵੀ ਮੇਕ ਇਨ ਇੰਡੀਆ ਕਿਹਾ ਗਿਆ, ਮੇਕ ਇਨ ਭਾਰਤ ਨਹੀਂ ਕਿਹਾ ਗਿਆ, ਭਾਜਪਾ ਨਹੀਂ ਕਿਹਾ ਸੀ। बट जे इंडिया इन्ना मैच्योर्ड है कि असी उस इंडस वैली नूं भुल के हिंदू गंगा जमनी तहसीब की गल करते हैं तो किहड़े तुसीं गल्लां च पढ़दे? लोकां नूं ये नहीं पता भारत है कि भारत नाम कित्थों आया। तुसीं 100% बंदिਆਂ ਨੂੰ पुछ लियो, सर्च किसी ਨੂੰ नहीं पता भारत नाम कित्थों आया। एक राजे दा बुढ़ा सी, ਉਹਦਾ नाम भरत सी। इन फैक्ट वेद दे विच धरती नूं भारती किहा है। सो धरती मदर भारती, सो दैट इज भारत। ਭਾਰਤ ਲਿਖਣ ਨਾਲ ਕੋਈ ਬੜਾਈ ਨਹੀਂ ਕਰਤੀ। ਭਾਰਤ ਲਿਖਣ ਨਾਲ ਤੁਸੀਂ ਸਾਡੇ ਵਿੱਚ ਜਿਹੜਾ G20 ਦੇ ਵਿੱਚ ਅੱਛੇ ਇਸ਼ੂਸ ਚੱਲਣੇ ਚਾਹੀਦੇ ਸੀ, ਤੁਸੀਂ ਉਹਨੂੰ ਨੈਗੇਟਿਵ ਵਾਈਬਸ ਦੇ ਵਿੱਚ ਘੇਰ ਲਿਆ। ਐਂਡ ਕੋਈ ਪਾਰਟੀ ਘੱਟ ਨਹੀਂ ਹੈ ਇਹਦੇ ਵਿੱਚ, ਯੂ ਕਾਂਟ ਬਲੇਮ ਐਨੀਵਨ। ਹਰ ਪਾਰਟੀ ਇਹੀ ਕਰਦੀ ਹੈ। ਐਂਡ ਜਿੰਨੇ ਭਗਤ ਜੇ ਹੈਗੇ ਨਾ, ਜੇ ਪੈਸੇ ਨਾ ਚੜ੍ਹਦੇ ਹੋਣ ਰਿਲੀਜੀਅਸ ਪਲੇਸਿਸ ਤੇ, ਸਭ ਭਾਜਨ ਪ੍ਰਧਾਨ ਨੇ ਜਿੰਨੇ ਚੌਧਰੀ ਬਣੇ। ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਫਿਰਦੇ ਆ, ਜਿੱਥੇ ਜਿੱਥੇ ਦੇਖੋ ਫੋਟੋ ਲਾਈ ਫਿਰਦੇ ਆ ਸ਼ਹੀਦ ਭਗਤ ਸਿੰਘ ਦੀ। ਲੁੱਟ ਪਾਈ ਪਈ ਆ ਪੰਜਾਬ ਦੇ ਵਿੱਚ ਉਸ ਨਾਮ ਤੇ। ਉਹ ਫੋਟੋ ਉਹਦੀ ਲੱਗੂ ਜਿਹੜੇ ਮਰ ਗਏ ਉਹਨੂੰ ਸਿੰਘ ਕਰਨਗੇ। ਐਂਡ ਭਗਤ ਸਿੰਘ ਨੂੰ ਦਿਖਾਣਗੇ ਕੀ? ਸੈਂਡਰਸ ਨੂੰ ਗੋਲੀ ਮਾਰੀ। ਭਗਤ ਸਿੰਘ ਦੀ ਥਾਟ ਨਹੀਂ ਪੜਾਣਗੇ ਕਦੇ। ਸੁਣ ਲਓ ਚੇਅਰ ਸਿੰਘ ਦੀ, ਭਗਤ ਸਿੰਘ ਦੀ ਥਾਟ ਕੀ ਸੀ? ਉਹ ਨਹੀਂ, ਉਹ ਕੱਲ ਬਾਜਵਾ ਜੀ ਨੇ ਕਲੀਅਰ ਕਰ ਦਿੱਤਾ। ਬਾਜਵਾ ਜੀ ਕਹਿੰਦੇ ਹੋ ਹੀ ਨਹੀਂ ਸਕਦਾ। ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਕੀ ਤੁਸੀਂ ਸਟੇਜ ਇਕੱਠੇ ਕਰੋਗੇ, ਕਦੇ ਹੋ ਹੀ ਨਹੀਂ ਸਕਦਾ। ਹੁਣ ਉੱਥੇ ਪਤਾ ਨਹੀਂ ਕਿ ਜਾਂ ਤਾਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਪਤਾ ਲੱਗ ਗਿਆ ਪਹਿਲਾਂ ਕਿ ਸੀਟਾਂ ਦੀ ਸੈਟਿੰਗ ਹੋ ਗਈ ਹੈ, ਉਹਨਾਂ ਨੇ ਆਪਦੀ ਡਾਊਨਲੋਡ ਕਰ ਦਿੱਤਾ ਹੈ, ਤੇ ਸ਼ਾਇਦ ਕਾਂਗਰਸ ਹਾਲੇ ਉਸ ਤਰੀਕੇ ਨਾਲ ਆਪਦੇ ਲੀਡਰਸ ਨੂੰ ਮੇਰੇ ਖਿਆਲ ਡਾਊਨਲੋਡ ਨਹੀਂ ਕਰ ਸਕੀ ਹਾਲੇ ਤੱਕ। ਉਹਨੂੰ ਜਾਖੜ ਸਾਹਿਬ ਨੂੰ 43 ਐਮਐਲਏਸ ਨੇ ਕਿਹਾ ਸੀ ਕਿ ਕਿੱਥੇ ਐਮਐਲਏ ਦੇ ਵਿੱਚ ਕੌਨਸਟੀਟਿਊਸ਼ਨ ਬਚੀ ਸੀ ਜਿਹੜਾ ਬੋਲ ਲਵੇ। ਸਭ ਬਾਲਣ ਹੈ, ਇਹ ਜਿੰਨੇ ਹੈਗੇ ਬਾਲਣ ਹੈ। ਇਹਨਾਂ ਨੂੰ ਡਾਣ ਵਾਲੇ ਦਿੱਲੀ ਬੈਠੇ, ਇਹ ਥੋੜਾ ਆਪਣੀ ਮਰਜ਼ੀ ਨਾਲ ਮੱਚਦੇ ਆ, ਉਹ ਡਾਂਦੇ ਆ। ਇਹਨਾਂ ਨੇ ਇਹੀ ਬੋਲੀ ਜਾਣਾ। ਇਹੀ ਤਾਂ ਪੋਲੀਟੀਸ਼ੀਅਨ ਦੀ ਖੂਬਸੂਰਤੀ ਹੈ, ਰਾਤ ਨੂੰ ਦਿਨ ਕਹੀ ਜਾਣਾ, ਦਿਨ ਨੂੰ ਰਾਤ ਕਹੀ ਜਾਣਾ। ਸਤਿ ਸ਼੍ਰੀ ਅਕਾਲ, ਮੈਂ ਹਰਸਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਆਉਣ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਸਾਡੀ ਪ੍ਰੈਜ਼ੀਡੈਂਟ ਆਫ ਇੰਡੀਆ ਕਿ ਪ੍ਰੈਜ਼ੀਡੈਂਟ ਆਫ ਭਾਰਤ, ਇਸ ਖਬਰ ਤੇ। ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ G20 ਸੰਮੇਲਨ ਹੋ ਰਿਹਾ 9 ਤੇ 10 ਤਰੀਕ ਨੂੰ, ਤੇ ਜਿਹੜੇ ਉੱਥੇ ਸ਼ਮੂਲੀਅਤ ਕਰਨੀ ਹੈ ਨੇਤਾ ਜਿਹੜੇ ਆ ਰਹੇ ਨੇ ਵਿਸ਼ਵ ਤੋਂ, ਉਹਨਾਂ ਦੇ ਡਿਨਰ ਵਾਸਤੇ ਇਨਵੀਟੇਸ਼ਨ ਦਿੱਤਾ ਜਾਂਦਾ। ਇਨਵੀਟੇਸ਼ਨ ਪ੍ਰੈਜ਼ੀਡੈਂਟ ਰਾਸ਼ਟਰਪਤੀ ਭਵਨ ਵਾਲੇ ਪਾਸੋਂ ਜਾਂਦਾ। ਉਸ ਇਨਵੀਟੇਸ਼ਨ ਦੇ ਉੱਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਥਾਂ ਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਜਾਂਦਾ। ਇਸ ਤੇ ਸਿਆਸਤ ਹੋਣੀ ਲਾਜ਼ਮੀ ਸੀ। ਕਾਂਗਰਸ ਨੇ ਆਰੋਪ ਲਾ ਦਿੱਤਾ ਕਿ ਹੁਣ ਇਹ ਕਿਹੜੇ ਪਾਸੇ ਸਿਆਸਤ ਜਾ ਰਹੀ ਹੈ।
ਖੈਰ ਇਸੇ ਦੀ ਚਰਚਾ ਕਰਾਂਗੇ ਵੀ ਕੀ ਜਾਇਜ਼ ਹੈ, ਕੀ ਵਾਕਈ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰੈਜ਼ੀਡੈਂਟ ਆਫ ਭਾਰਤ ਇਹਨਾਂ 'ਚ ਫਰਕ ਹੈ, ਕਿ ਜਿਹੜਾ ਇਨਵੀਟੇਸ਼ਨ ਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਜਾ ਰਿਹਾ ਹੈ ਇਸ ਤੇ ਕਿੱਧਰਲੇ ਪਾਸੇ ਹੁਣ ਸਿਆਸਤ ਜਾਏਗੀ। ਇਸੇ ਦੀ ਚਰਚਾ ਕਰਨ ਲਈ ਅਕਾਲੀ ਦਲ ਦੇ ਆਗੂ ਮੇਰੇ ਨਾਲ ਮੌਜੂਦ ਰਹਿਣਗੇ, ਹਰੀਸ਼ ਰਾਏ ਟਾਂਡਾ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪਹਿਲਾਂ ਸਤਿ ਸ਼੍ਰੀ ਅਕਾਲ ਟਾਂਡਾ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਟਾਂਡਾ ਸਾਹਿਬ, ਕਿਵੇਂ ਦੇਖਦੇ ਹੋ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਹੁਣ ਤੱਕ ਕੋਈ ਆਪਾਂ ਜ਼ਿਕਰ ਕਰਦੇ ਸੀ ਅਕਸਰ, ਤੇ ਪ੍ਰੈਜ਼ੀਡੈਂਟ ਆਫ ਭਾਰਤ ਕਾਂਗਰਸ ਨੇ ਸ਼ੁਰੂਆਤ ਕਰ ਦਿੱਤੀ। ਕਾਂਗਰਸ ਕਹਿੰਦੀ ਵੀ ਇਹ ਦੇਖ ਲਓ ਹੁਣ ਕਿਹੜੇ ਪਾਸੇ ਜਾ ਰਿਹਾ, ਵੀ ਇਹਦਾ ਮਤਲਬ ਹੁਣ ਇੰਡੀਆ ਨਾਮ ਤੋਂ ਹੀ ਇਹਨਾਂ ਨੂੰ ਨਫ਼ਰਤ ਹੋ ਗਈ ਹੈ ਕਿ ਜਦੋਂ ਤੋਂ ਅਸੀਂ ਗਠਬੰਧਨ ਦਾ ਨਾਮ INDIA ਰੱਖਿਆ ਜੀ। ਸਰ ਇਹ ਇੱਕ ਦੂਜੇ ਤੋਂ ਵੱਧ ਆਪਣੇ ਆਪ ਰਾਸ਼ਟਰਵਾਦੀ ਦੱਸਣ ਦਾ ਇੱਕ ਤੌਰ ਤਰੀਕਾ ਹੈ, ਐਂਡ ਕਾਂਗਰਸ ਨੇ ਵੀ ਤਾਂ INDIA ਇੱਕ ਸਲੋਗਨ ਕੰਟਰੀ ਲੈਣ ਦੀ ਕੋਸ਼ਿਸ਼ ਕੀਤੀ, ਜਿਵੇਂ ਆਲਰੇਡੀ ਇਹਨਾਂ ਨੇ ਆਪਣਾ ਝੰਡਾ ਵੀ ਪਾਰਟੀ ਦਾ ਤਿਰੰਗਾ ਹੈ ਇਹਨਾਂ ਦਾ, ਤੇ ਇੰਡੀਅਨ ਨੈਸ਼ਨਲ ਕਾਂਗਰਸ ਵੀ ਹੈ ਤੇ ਇਹ ਭਾਰਤੀ ਜਨਤਾ ਪਾਰਟੀ ਹੈ। ਸੋ ਇਹ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਮੁਹਿੰਮ ਜਿਵੇਂ ਚੱਲੀ ਹੋਈ ਹੈ ਨਾਮ ਬਦਲਣ ਦੀ, ਔਰੰਗਜ਼ੇਬ ਰੋਡ ਦਾ ਨਾਮ ਬਦਲ ਦਿਓ, ਠੀਕ ਹੈ, ਕਿਸੇ ਹੱਦ ਤੱਕ ਤੁਸੀਂ ਇਹਨੂੰ ਜਸਟੀਫਾਈ ਇਸ ਢੰਗ ਨਾਲ ਕਰ ਸਕਦੇ ਹੋ ਕਿ ਚਲੋ ਪੁਰਾਣੇ ਤੁਸੀਂ ਹਟਾ ਦਿੱਤੇ, ਪਰ ਇਹਨਾਂ ਨੂੰ ਇਹ ਆਈਡੀਆ ਨਹੀਂ ਹੈ, ਖਿਆਲ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਜੇ ਸਭ ਤੋਂ ਵੱਧ ਸ਼ਹਿਰਾਂ ਤੇ ਪਿੰਡਾਂ ਦੇ ਨਾਮ ਉਹ ਰਾਮ ਦੇ ਨਾਮ ਤੇ ਹੈ, ਨੰਬਰ 2 ਅਕਬਰ ਦੇ ਨਾਮ ਤੇ ਹੈ, ਨੰਬਰ 3 ਤੇ ਕ੍ਰਿਸ਼ਨ ਦੇ ਨਾਮ ਤੇ ਹੈ। ਐਂਡ ਇਹ ਇੱਕ ਹਿੰਦੁਸਤਾਨ ਦੇ ਵਿੱਚ 4 ਸੈਂਚਰੀਜ਼ ਦਾ ਰਾਜ ਰਿਹਾ ਮੁਗਲ ਸਾਹਿਬ, ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਤੁਸੀਂ ਇੰਡੀਆ ਦੇ ਵਿੱਚ ਪੂਰੇ ਦਾ ਪੂਰਾ ਇੱਕ ਸਮਾਂ ਬੌਧ ਧਰਮ ਦਾ ਬੋਲਬਾਲਾ ਰਿਹਾ, ਤੇ ਬੌਧ ਧਰਮ ਦੇ ਬੋਲਬਾਲੇ ਦੇ ਚੱਲਦੇ ਅਲਟੀਮੇਟਲੀ ਫਿਰ ਸਨਾਤਨ ਧਰਮ ਨੇ, ਜਦ ਅਸ਼ੋਕਾ ਦਾ ਪੋਤਾ ਸੀ ਉਸ ਸਮੇਂ ਸ਼ੁੰਖ ਨੇ ਜਦ ਹਮਲਾ ਕੀਤਾ, ਹਮਲਾ ਕਰਕੇ ਉਹਨੂੰ ਮਾਰ ਦਿੱਤਾ, ਮਾਰ ਕੇ ਫਿਰ ਮੁੜ ਕੇ ਬ੍ਰਾਹਮਣ ਫੋਰਸ ਪੰਜਾਬ ਹਿੰਦੁਸਤਾਨ ਦੇ ਵਿੱਚ ਆਈ। ਤੇ ਹੁਣ ਤੁਸੀਂ ਦੇਖੋ ਜਿਸ ਢੰਗ ਦੇ ਨਾਲ ਤਾਲਿਬਾਨਸ ਨੇ ਬੁੱਧਾ ਦੇ ਬੁੱਤ ਉਜਾੜੇ, ਭੰਨੇ, ਇਤਿਹਾਸ ਖਤਮ ਕੀਤਾ, ਕਿਆ ਉਹਦੇ ਨਾਲ ਇਹ ਇਤਿਹਾਸ ਦੇ ਪੰਨੇ ਵੀ ਉਡਾ ਦੇਣਗੇ ਕਿ ਉੱਥੇ ਬੁੱਧਿਜ਼ਮ ਸੀ? ਕਿਆ ਤੁਸੀਂ ਇਤਿਹਾਸ ਦੇ ਪੰਨੇ ਉਡਾ ਦੋਗੇ ਕਿ ਹਿੰਦੁਸਤਾਨ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਰਾਜ ਰਿਹਾ ਮੁਗਲ ਦਾ ਇਫੈਕਟ ਹੈ ਤੁਹਾਡੇ 'ਚ? ਕਿਆ ਤੁਸੀਂ ਉਡਾ ਦੋਗੇ ਕਿ ਤੁਸੀਂ ਅੰਗਰੇਜ਼ਾਂ ਦੇ ਵੀ ਗੁਲਾਮ ਰਹੇ ਹੋ? ਇਫੈਕਟ ਹੈ। ਐਂਡ ਇਹ ਵਜ੍ਹਾ ਇਹਦੇ ਪਿੱਛੇ ਕਈ ਹੈ, ਲੰਬੀ ਡਿਬੇਟ ਵਜ੍ਹਾ ਨਹੀਂ ਹੈ, ਪਰ ਮੈਂ ਸਮਝਦਾ ਕਿ ਇਹ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਨੈਸ਼ਨਲਿਜ਼ਮ ਦੇ ਵੱਲ ਨੂੰ ਧੱਕਿਆ ਜਾਣ ਦੀ ਕੋਸ਼ਿਸ਼ ਹੁੰਦੀ ਹੈ, ਅਲਟੀਮੇਟਲੀ ਰੂਪ ਕਮਿਊਨਿਜ਼ਮ ਦਾ ਲੱਗਦਾ ਹੈ। ਐਂਡ ਜਿਹੜੇ ਬੰਦੇ ਦੇਖੋ ਹੁਣ ਪਾਕਿਸਤਾਨ ਦਾ ਰਾਸ਼ਟਰਿਜ਼ਮ ਪਾਕਿਸਤਾਨ ਦੀ ਹੈ, ਆਜ਼ਾਦੀ ਤੋਂ ਪਹਿਲਾਂ ਉਹਨਾਂ ਦਾ ਰਾਸ਼ਟਰਿਜ਼ਮ ਸੀਗਾ ਇੰਡੀਆ ਲਈ। ਹਰ ਮੁਸਲਮਾਨ ਮੋਢਾ ਲਾ ਕੇ ਲੜਾਈ ਲੜਦਾ ਸੀ ਅੰਗਰੇਜ਼ਾਂ ਦੇ ਖਿਲਾਫ, ਪਰ ਹੁਣ ਕਿਸ ਹੱਦ ਤੱਕ ਦੁਸ਼ਮਣੀ ਪੈ ਗਈ ਕਿ ਪਾਕਿਸਤਾਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰਕੇ ਹਿੰਦੂਆਂ ਨੂੰ ਗਾਲਾਂ ਕੱਢ ਕੇ ਜਿਹੜੀ ਉਹਨਾਂ ਨੇ ਸੋ ਕਾਲਡ ਨੈਸ਼ਨਲਿਜ਼ਮ ਆਪਣੀ ਕੰਟਰੀ ਦਾ ਕ੍ਰੀਏਟ, ਜਿਹੜੀ ਰਿਆਸਤ ਮਦੀਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਵੇਅਰ ਦੇ ਹੈਵ ਲੈਂਡਡ। ਤੁਸੀਂ ਜਰਮਨੀ ਦੇਖੋ, ਨੈਸ਼ਨਲਿਜ਼ਮ ਦੇ ਵਿੱਚ ਉਹਨਾਂ ਨੇ ਕੀ ਧੱਕਾ ਕੀਤਾ, ਕਿੱਦਾਂ ਜਿਊਸ ਮਾਰੇ, ਜਿਊਸ ਮਾਰਨ ਦੇ ਨਾਲ ਉਹਨਾਂ ਦੇ ਸਾਇੰਟਿਸਟ ਖਤਮ ਹੋ ਗਏ। ਪਾਕਿਸਤਾਨ ਦਾ ਜਿਹੜਾ ਓਨਲੀ ਨੋਬਲ ਪ੍ਰਾਈਜ਼ ਵਿਨਰ ਹੈ ਉਹ ਅਹਿਮਦੀ ਸੀਗਾ, ਉਹਨੂੰ ਪਾਕਿਸਤਾਨ ਚੋਂ ਹੀ ਕੱਢ ਦਿੱਤਾ ਗਿਆ। ਟਰਾਈ ਟੂ ਅੰਡਰਸਟੈਂਡ ਕਿਹੜੇ ਪਾਸੇ ਨੂੰ ਇਹ ਜਾ ਰਹੇ ਆ। ਯੂਰ ਕਨਸਟੀਟਿਊਸ਼ਨ ਆਫ ਇੰਡੀਆ, ਉਹਨੂੰ ਕਨਸਟੀਟਿਊਸ਼ਨ ਆਫ ਭਾਰਤ ਕਹੋਗੇ? ਯੂਨੀਅਨ ਆਫ ਇੰਡੀਆ, ਇਹਨੂੰ ਯੂਨੀਅਨ ਆਫ ਭਾਰਤ ਕਹੋਗੇ? ਇੰਡੀਆ is a name well acclaimed and well accepted and acknowledged by us. Quit India movement ਸ਼ੁਰੂ ਹੋਈ, ਕੁਇਟ ਭਾਰਤ ਮੂਵਮੈਂਟ ਤਾਂ ਨਹੀਂ ਸ਼ੁਰੂ ਹੋਈ ਸੀ। ਐਂਡ ਉਸ ਮੂਵਮੈਂਟ ਦੇ ਵਿੱਚ ਚਾਹੇ ਉਹ ਮਹਾਤਮਾ ਗਾਂਧੀ ਜੀ ਨੇ ਸ਼ੁਰੂ ਕੀਤੀ, ਉਹਦੇ 'ਚ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੁੰਦੇ ਕਾਂਗਰਸ ਨੇ। ਇਟਸ ਨਾਟ ਕਾਂਗਰਸ, ਇਟ ਵਾਸ ਦ ਹੋਲ ਨੇਸ਼ਨ ਬਿਹਾਈਂਡ ਦੈਟ। ਉਸ ਟਾਈਮ ਜਿਹੜੀ ਕਾਂਗਰਸ ਸੀਗੀ, ਕਾਂਗਰਸ ਵਾਸ ਅ ਪਿਵਟ ਆਫ ਮੂਵਮੈਂਟ ਜਿਹਦੇ ਵਿੱਚ ਹਰ ਵਰਗ ਸੀਗਾ। ਇਹ ਜਿਹੜੀ ਜਿਸ ਵਰਗ ਚੋਂ ਅੱਜ BJP ਜਾਂ ਜਨਸੰਘ ਪੈਦਾ ਹੋਈ ਹੈ ਜਾਂ ਅਕਾਲੀ ਦਲ ਹੈ, ਅਸੀਂ ਸਾਰੇ ਨਾਲ ਸੀ। ਮਤਲਬ ਅਕਾਲੀ ਦਲ ਵਾਸ ਵਿਦ ਕਾਂਗਰਸ ਇਸ ਟਾਈਮ। ਅਸੀਂ ਜਦ ਯੂਨੀਅਨਿਸਟ ਗਵਰਨਮੈਂਟ ਬਣੀ ਹੈ, ਅਕਾਲੀ ਦਲ ਐਂਡ ਕਾਂਗਰਸ ਨੇ ਰਲ ਕੇ ਬਣਾਈ ਸੀ ਉਹ ਗਵਰਨਮੈਂਟ, ਜਿਹੜੀ ਪੰਜਾਬ ਦੇ ਵਿੱਚ 1935 ਦੇ ਵਿੱਚ ਬਣੀ ਸੀ। ਥੀਸ ਆਰ ਆਲ ਨੌਨਸੈਂਸਿਕ ਐਕਟਸ। ਐਂਡ ਇਹ ਭਟਕਾਓ ਇੱਕ ਦੂਜੇ ਤੇ ਸਕੋਰ ਕਰਨ ਲਈ ਉਹਨਾਂ ਨੇ ਨਾਮ ਇੰਡੀਆ ਰੱਖ ਲਿਆ, ਇਹਨਾਂ ਨੇ ਗਵਰਨਰ ਦੀ ਚਿੱਠੀ ਭਾਰਤ ਲਿਖਤਾ। ਇਹ ਡਿਬੇਟ ਵੱਲ ਜਾਣਾ, ਇਸ ਕੰਮ ਕਰਨਾ ਕੁਝ ਹੀ ਹਰਕਤ ਹੈ, ਇਹਨੂੰ ਅਵੋਇਡ ਕਰਨਾ ਚਾਹੀਦਾ। ਦੇਸ਼ ਜੋੜਨ ਦੀ ਗੱਲ ਕਰੋ। ਤੁਸੀਂ ਕਿਹੜੇ ਚੀਜ਼ ਦੇ ਵਿੱਚ ਆਪਾਂ ਡਿਬੇਟ ਤੇ ਬੈਠੇ, ਤੁਸੀਂ ਬੈਠੋ, ਮੈਂ ਬੈਠਾ, ਵਟ ਇਜ਼ ਦਿਸ ਇਸ਼ੂ? ਇਹਨੂੰ ਲਿਖ ਕੇ ਤੁਸੀਂ ਕੀ ਕਰ ਲਿਆ? ਹੁਣ
ਮੂਰਖ ਹੈ। ਹੁਣ ਜਿਵੇਂ ਉਹ ਸਟੈਲਿਨ ਦੇ ਬੇਟੇ ਨੇ ਸਨਾਤਨ ਧਰਮ ਨੂੰ ਗਾਲਾਂ ਕੱਢੀਆਂ, ਮਾਈ ਗॉड, ਫੁਲਿਸ਼ ਮੈਨ। I don't hesitate saying him foolish. He is foolish. And you give tool to them, ਦੂਜਿਆਂ ਨੂੰ, ਕਿ ਉਲਟਾ ਉਹਦੇ ਬੋਲੋ, ਉਹਦੇ ਤੇ ਅਟੈਕ ਕਰੋ, you are against Hinduism. How can you go against Sanatan Dharam? Sanatan Dharam includes Hindu, Sanatan Dharam includes Muslim, Sanatan Dharam includes everyone. And ਤੁਸੀਂ ਵੇਦ ਪੜੋ, ਤੁਸੀਂ ਗੀਤਾ ਪੜੋ, ਉਹਦੇ ਚ ਹਿੰਦੂ ਸ਼ਬਦ ਕਿੱਥੇ ਹੈ? ਮੈਨੂੰ ਸਮਝ ਨਹੀਂ ਆਉਂਦਾ। Where is a Hindu word there? And ਹਿੰਦੁਸਤਾਨ ਦੀ ਖੂਬਸੂਰਤੀ ਕੀ ਹੈ? ਖੂਬਸੂਰਤੀ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਦ ਵਿਆਹ ਹੁੰਦੇ ਸੀ, ਮੁਸਲਮਾਨਾਂ ਦੇ ਨਿਕਾਹ ਹੁੰਦੇ ਸੀ, ਬ੍ਰਾਹਮਣ ਪਿੰਡ ਦਾ ਨਾਲ ਸਾਈਨ ਕਰਦਾ ਸੀ ਨਿਕਾਹਨਾਮੇ ਤੇ। ਜਦ ਲਾਵਾਂ ਫੇਰੇ ਹੁੰਦੇ ਸੀ ਤਾਂ ਮੌਲਵੀ ਨਾਲ ਸਾਈਨ ਕਰਦਾ ਸੀ। ਜਦ ਸੈਂਸਸ ਕੀਤਾ ਅੰਗਰੇਜ਼ਾਂ ਨੇ, ਉਦੋਂ ਪਹਿਲਾਂ ਇਹ ਨਹੀਂ ਸੀ ਪਤਾ ਹਿੰਦੂ ਕੌਣ ਹੈ, ਮੁਸਲਮਾਨ ਕੌਣ ਹੈ। ਇੱਕ ਦੂਜੇ ਦੇ ਤਿਉਹਾਰਾਂ 'ਚ ਜਾਂਦੇ ਸੀ, ਪਿੰਡਾਂ 'ਚ ਇਕੱਠੇ ਸੀ। ਐਂਡ ਲੋਕ ਆਪਣੀ ਆਇਡੈਂਟੀਟੀ ਬਾਏ ਕਿੱਤਾ ਦੱਸਦੇ ਸੀ। ਮੈਂ ਜੁਲਾ ਹਾਂ, ਮੈਂ ਸੁਨਿਆਰ ਹੈ, ਮੈਂ ਚਮਿਆਰ ਹੈ, ਮੈਂ ਬ੍ਰਾਹਮਣ ਹੈ, ਮੈਂ ਮੌਲਵੀ ਹੈ। ਆਪਣੇ ਕਿੱਤੇ ਨਾਲ, ਮੈਂ ਖੇਤੀ ਦਾ ਕੰਮ ਕਰਦਾ, ਮੈਂ ਗਡਰੀ ਹੈ, ਮੈਂ ਫਲਾਂ। ਇਟਸ ਟੋਟਲੀ ਡਿਫਰੈਂਟ। ਜਦ ਫਸਟ ਸੈਂਸਸ ਅੰਗਰੇਜ਼ਾਂ ਦਾ ਹੋਇਆ ਉਦੋਂ 1880 ਚ, ਉਦੋਂ ਦੁਵਿਧਾ ਪਈ ਲੋਕਾਂ ਨੂੰ, ਰਿਲੀਜਨ ਨਹੀਂ ਸੀ ਪਤਾ। ਉਹ ਸੈਂਸਸ ਕਰਨ ਵਾਲੇ ਲੋਕਾਂ ਨੂੰ ਦੱਸਦੇ ਸੀ ਕਿ ਭਾਈ ਤੇਰਾ ਰਿਲੀਜਨ ਕੀ ਹੈ। ਮਤਲਬ ਕਿਸ ਇਨੋਸੈਂਸ ਚੋਂ ਅਸੀਂ ਲਿਆ ਕੇ ਲੋਕਾਂ ਦੇ ਉੱਤੇ ਕਿੰਨਾ ਪੋਇਜ਼ਨ ਸੁੱਟ ਦਿੱਤਾ ਹੈ। ਤੇ ਹੁਣ ਉਹ ਪੋਇਜ਼ਨ ਦੀ ਮਕਦਾਰ ਤਾਂ ਵੱਧਣੀ ਹੈ। ਪੂਰੇ ਵਰਲਡ ਚ ਫੈਲ ਰਿਹਾ, ਹਿੰਦੁਸਤਾਨ ਚ ਤਾਂ ਜ਼ਰੂਰਤ ਤੋਂ ਜ਼ਿਆਦਾ ਫੈਲਦਾ ਹੈ ਪੋਇਜ਼ਨ। ਉਹਨੂੰ ਜ਼ਿਆਦਾ ਜ਼ਹਿਰੀਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਿਸਮ ਦੇ ਕੰਮਾਂ ਨਾਲ। ਹੁਣ ਤੁਸੀਂ ਨਿਜ਼ਾਮੂਦੀਨ ਉਹਨੂੰ ਬਦਲ ਕੇ ਤੁਸੀਂ ਸਟੇਸ਼ਨ ਦਾ ਨਾਮ ਹੋਰ ਰੱਖਣਾ ਹੈ। what credit you will get out of it? ਮੈਨੂੰ ਇਹ ਸਮਝ ਨਹੀਂ ਆਉਂਦਾ ਕੀ ਕ੍ਰੈਡਿਟ ਕਰ ਲਓਗੇ। ਐਂਡ ਹੁਣ ਸ਼ਿਵ ਸ਼ਕਤੀ ਪੁਆਇੰਟ ਰੱਖਿਆ, ਗੁੱਡ, ਆਈ ਡੋਂਟ ਮਾਈਂਡ ਇਟ। ਇੰਡੀਅਨ ਸੰਸਕ੍ਰਿਤੀ ਹੈ। ਸ਼ਿਵ ਇਜ਼ ਏ, ਚਾਹੇ ਸ਼ਿਵ ਦੀ ਅਬੋਰਡ ਹੈ ਜਿਹੜਾ ਉਹ ਚਾਈਨਾ 'ਚ ਹੋਵੇ, ਇੱਥੇ ਨਾ ਹੋਵੇ, ਅਸੀਂ ਲੋਕ ਅੱਜ ਤੱਕ ਉੱਥੇ ਜਾਂਦੇ ਹਾਂ। ਐਡੀ ਵੱਡੀ ਇੱਕ ਮਿਥੋਲੋਜੀ ਹੈ, ਲੋਕਾਂ ਦਾ ਫੇਥ ਹੈ, ਉਹਨੂੰ ਕ੍ਰਿਟਿਸਾਈਜ਼ ਕਰਨਾ ਵੀ ਮਾੜਾ ਹੈ। ਆਈ ਥਿੰਕ ਹੁਣ ਪੀਪਲ ਹੈਵ ਟੂ ਵਾਈਡਨ ਦੇਅਰ ਥਾਟ। ਲੋਕਾਂ ਨੇ ਆਪਣੀ ਥਾਟਸ ਨੂੰ ਨੈਰੋ ਡਾਊਨ ਕਰੀ ਜਾਂਦੇ, ਨੈਰੋ ਡਾਊਨ ਕਰਕੇ ਲੜੀ ਜਾਂਦੇ ਆ। ਐਂਡ ਓਨੈਸਟਲੀ ਸਪੀਕਿੰਗ, ਇੱਕ ਨੈਸ਼ਨਲ ਜਿਓਲੋਜੀਕਲ ਸਰਵੇ ਦਾ ਇੱਕ ਬਹੁਤ ਵੱਡਾ ਮੁਸਲਿਮ ਕੇਰਲਾ ਦਾ ਹੈ, ਐਂਡ ਉਹਨੇ ਬੜੀ ਸਰਵਿਸ ਕੀਤੀ ਸਰਵੇ ਕਰਕੇ। ਹੀ ਸਪੀਕਸ ਕੇ ਮੰਦਿਰਸ ਨੂੰ ਮਸਜਿਦਸ ਬਣਾਈਆਂ ਗਈਆਂ ਕਨਵਰਟ ਕਰਕੇ। ਐਂਡ ਜੇ ਜਿਹੜੀਆਂ ਪ੍ਰੋਮੀਨੈਂਟ ਮਸਜਿਦਸ ਹੈਗੀਆਂ ਜਾਂ ਮੰਦਿਰਸ ਹੈਗੇ ਜਿਹੜੇ ਕਨਵਰਟ ਕੀਤੇ ਗਏ ਆ, ਜਿਵੇਂ ਹੁਣ ਇੱਕ ਮੰਦਿਰ ਦੇ ਉੱਤੇ ਮਸਜਿਦ ਬਣਾਈ ਹੋਈ ਹੈ, ਐਂਡ ਈਵਨ ਰਾਮ ਜਨਮ ਭੂਮੀ ਵਾਲੀ ਵੀ ਮੈਗਨਮਸ ਹੋਣਾ ਚਾਹੀਦਾ ਹੈ। ਈਵਨ ਮੁਸਲਿਮ ਸਮਾਜ ਰੈਡੀ ਸੀ, ਵਿੱਚ ਲੋਕੀ ਨਹੀਂ ਹੋਣ ਦਿੰਦੇ, ਇਹ ਪੋਲੀਟੀਕਲ ਪਾਰਟੀਆਂ ਨਹੀਂ ਹੋਣ ਦਿੰਦੀਆਂ। ਈਵਨ ਮੁਸਲਿਮ ਸਮਾਜ ਵਾਸ ਰੈਡੀ ਕਿ ਐਜ਼ ਏ ਗ੍ਰੇਸ਼ੀਅਸ ਐਕਟ ਅਸੀਂ ਹਿੰਦੂ ਬ੍ਰਦਰਸ ਨੂੰ ਕਹੀਏ ਰਾਮ ਜਨਮ ਭੂਮੀ ਲੈ ਲਓ, 2-4 ਜਗ੍ਹਾ ਹੈਗੀਆਂ ਲੈ ਲੈਂਦੇ ਹੋ, ਮਸਜਿਦਸ ਹੋਰ ਬਣ ਜਾਣਗੀਆਂ। ਤੁਸੀਂ ਆਪ ਢਾਹ ਕੇ ਨਵੇਂ ਬਣਾ ਲਓ, ਉਹ ਤਾਂ ਵਾਜਿਬ ਹੈ। ਮੰਦਿਰ ਆਪ ਢਾਹ ਕੇ ਨਵਾਂ ਬਣਾ ਲਓ, ਵਾਜਿਬ ਹੈ। ਜੇ ਕਿਤੇ ਕਿਸੇ ਹੋਰ ਢੰਗ ਨਾਲ ਢਹਿ ਜਾਵੇ ਤਾਂ ਦੁੱਖ ਤਕਲੀਫ ਹੁੰਦੀ ਹੈ। ਬੁੱਕਸ, ਰਿਲੀਜੀਅਸ ਬੁੱਕਸ ਹੈ, ਐਂਡ ਦੇ ਅਟੈਚ ਸੋ ਇੰਪੋਰਟੈਂਸ ਟੂ ਰਿਲੀਜੀਅਸ ਬੁੱਕਸ। ਕਿਸ ਹੱਦ ਤੱਕ ਬਲੀਫ ਹੈ ਲੋਕਾਂ ਦਾ, ਦੈਟ ਇਜ਼ ਦ ਲਿਵਿੰਗ ਗॉड्स, ਇਟਸ ਅ ਬਲੀਫ। ਹੁਣ ਤੇ ਬਲੀਫ ਨੂੰ ਕੀ ਕਰੋਗੇ ਤੁਸੀਂ, ਵਟ ਕੈਨ ਯੂ ਡੂ? ਸੋ ਇਹ ਉਹ ਬਲੀਫ ਜਿਹੜਾ ਹੈਗਾ, ਉਹ ਜਿਹੜਾ ਨੈਸ਼ਨਲਿਜ਼ਮ ਦੀ ਫੀਲਿੰਗ ਹੈ, ਇਹ ਅਲਟੀਮੇਟਲੀ ਇਹ ਟਰਨਸ ਟੂਵਰਡਸ ਕਮਿਊਨਲਿਜ਼ਮ ਰਾਦਰ। ਜਿਹੜੀ ਇਨਸਾਨ ਦੇ ਵਿੱਚ ਆਪਣੀ ਪਰਿਵਾਰ ਨਾਲ ਪਿਆਰ, ਫਿਰ ਪਰਿਵਾਰ ਤੋਂ ਬਾਅਦ ਆਪਣੇ ਕੁਨਬੇ ਨਾਲ ਪਿਆਰ, ਆਪਣੀ ਟ੍ਰਾਈਬ ਨਾਲ ਪਿਆਰ, ਫਿਰ ਆਪਣੇ ਟ੍ਰਾਈਬਸਮੈਨ ਤੇ ਨਾਲ ਦੀਆਂ ਟ੍ਰਾਈਬਸ ਨਾਲ ਪਿਆਰ, ਫਿਰ ਜਿਓਗ੍ਰਾਫੀਕਲ ਬਾਉਂਡਰੀਜ਼ ਨਾਲ ਪਿਆਰ, ਫਿਰ ਪੋਲੀਟੀਕਲ ਬਾਉਂਡਰੀਜ਼ ਨਾਲ ਪਿਆਰ। ਇਹ ਕਿੱਦਾਂ ਪੋਲੀਟੀਕਲ ਬਾਉਂਡਰੀਜ਼ ਨਾਲ ਪਿਆਰ ਹੋ ਕੇ ਨੈਸ਼ਨਲਿਜ਼ਮ ਬਣ ਜਾਂਦਾ? ਪਾਕਿਸਤਾਨ ਦੇ ਲੋਕ ਹਿੰਦੁਸਤਾਨ ਦੀ ਇੱਜ਼ਤ ਤੇ ਮਰੇ, ਤੇ ਹੁਣ ਉਹ ਕਹਿੰਦੇ ਆ ਪਾਕਿਸਤਾਨ ਪਾਇੰਦਾਬਾਦ, ਹਿੰਦੁਸਤਾਨ ਤੇ तेरे ईट से ईट बजाएंगे। But sort of this nationalism, this is madness, not nationalism. ਨਹੀਂ ਬਿਲਕੁਲ। ਜਦ ਅਸੀਂ ਕੁਟੁੰਬ ਦੀ ਗੱਲ ਕਰਦੇ ਹਾਂ, ਜਦ ਗਲੋਬਲ ਵਿਲੇਜ ਦੀ ਗੱਲ ਕਰਦੇ ਹਾਂ, ਜਦ ਵਾਸੁਦੇਵ ਦੀ ਗੱਲ ਕਰਦੇ ਆ ਮੋਦੀ ਸਾਹਿਬ ਤੇ ਬੀਜੇਪੀ ਦੇ, ਫਿਰ ਇੱਥੇ ਭੁੱਲ ਜਾਂਦੇ ਹੋ ਤੁਸੀਂ? ਨਹੀਂ ਬਿਲਕੁਲ ਟਾਂਡਾ ਸਾਹਿਬ, ਜਦੋਂ ਇਹ ਮੁੱਦਾ ਆਇਆ ਨਾ ਟਾਂਡਾ ਸਾਹਿਬ, ਉਦੋਂ ਵੀ ਮੈਂ ਇਹ ਸੋਚ ਰਿਹਾ ਸੀ ਵੀ ਅੱਜ ਜਿਸ ਤੇ ਵੀ ਇਹ ਕਿਹੜੇ ਵਿਸ਼ੇ ਤੇ ਅੱਜ ਟਾਂਡਾ ਸਾਹਿਬ ਨਾਲ ਮੈਂ ਗੱਲਬਾਤ ਕਰਨੀ ਹੈ। ਤੁਸੀਂ ਦੇਖੋ ਵੀ ਮੇਕ ਇਨ ਇੰਡੀਆ ਕਿਹਾ ਗਿਆ, ਮੇਕ ਇਨ ਭਾਰਤ ਨਹੀਂ ਕਿਹਾ ਗਿਆ। ਭਾਜਪਾ ਨੇ ਕਿਹਾ ਸੀ ਮੇਕ ਇਨ ਇੰਡੀਆ। ਈਵਨ ਜਿਹੜਾ ਸ਼ੇਰ ਹੈ ਜਿਹੜਾ ਬਣਾਇਆ ਹੈ, ਜਿਹੜਾ ਗਰਾਰੀਆਂ ਤੇ ਮਸ਼ੀਨਰੀ ਦਾ, ਦੈਟਸ ਮੇਕ ਇਨ ਇੰਡੀਆ। ਵਾਟ ਇਜ਼ ਇਟ? ਇੰਡੀਆ ਇਜ਼ ਇੰਡੀਆ। ਹੁਣ ਮੈਨੂੰ ਹੋਰ ਦੱਸੋ ਤੁਸੀਂ ਕਿਹੜੀ ਸਿਵਲਾਈਜੇਸ਼ਨ ਹੈ? ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ। ਪਾਕਿਸਤਾਨ ਆਪਣੇ ਆਪ ਨੂੰ ਕਹੀ ਜਾਂਦਾ ਸੀ ਅਰਬ ਸਪ੍ਰਿੰਗਸ ਦੇ ਹੈ, ਜਿਨ੍ਹਾਂ ਕੋਲ ਚਲੇ ਗਿਆ ਇੰਡਸ। ਸਾਡੇ ਕੋਲ ਇੰਡਸ ਦਾ ਟੋਟਾ ਪੰਜਾਬ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਬਚੇ, ਦੈਟਸ ਆਲ ਇੰਡਸ ਵੈਲੀ ਦਾ। ਹੋਰਾ ਰਾਜਸਥਾਨ ਦਾ ਟੋਟਾ ਕੱਟ ਕੇ ਨਾਲ ਲਾ ਲਓ, ਰੈਸਟ ਇਜ਼ ਗੰਗਾ ਜਮਨਾ।
मैं हिंदुस्तान की तारीफ करना चाहता कि हिंदुस्तानियों ने इंडस नाम भुल गए। एंड अडवाणी साहब ने पहली बार सिंधिया ਨੂੰ ਲੈ ਕੇ ਗਏ, इंडस वैली का टूर शुरू होया। अज उत्थे बहुत गुजराती जाते हैं टूर ते। मैं भी गया लेह लद्दाख अज तो 7-8 साल पहला। मैं इंडस के पानी नूं चुम्मिया, मत्थे ते लाया। इसने सानू सिविलाइजेशन दी है। बट जे इंडिया इन्ना मैच्योर्ड है कि असी उस इंडस वैली नूं भुल के हिंदू गंगा जमनी तहजीब की गल करते हैं, तो किहड़े तुसीं ये गल्लां च बने? लोकां नूं ये नहीं पता भारत है की। मैं सच्चाई दसना है, भारत नाम कित्थों आया? तुसीं 100% बंदियां नूं पुछ लियो, सर किसी नूं नहीं पता भारत नाम कित्थों आया। क्योंकि भारत कहानियां बनाईयां होई, कोई कहंदा भारत राजा सी, एक राजे दा बुंडा सी, ओहदा नाम भरत सी। इन फैक्ट वेद दे विच धरती नूं भारती किहा है। सो धरती मदर भारती, सो दैट इज भारत। साडा जिहड़ा देश है जिथे असीं रहने हैं, जिहड़ी मिट्टी है साडी, दैट इज भारत। एंड फॉर दैट रीजन even धरती of China is Bharat as per Hindu philosophy, as per Ved. The mother earth is a Bharati, earth is Bharati. So but ਕਿਹੜੀਆਂ tangentially दूर जाई ਜਾਂਦੇ? मैं तो हैरान है कि why don't they live around the focus? क्यों tangentially पासे लंघ ਜਾਂਦੇ ਆ? ਜਿਹੜੀ issues है, let's unite, let's say we Indians, let's say we भारती, ਮੈਨੂੰ ਕੋਈ ਤਕਲੀਫ ਨਹੀਂ ਹੈ। Why you say we Muslims, we Hindus, we so and so? Why? Get out of it. What Hindutva? Let's say इंडियनिज्म, वी आर इंडियंस की तकलीफ है? एक बहुत बड़ा वकफ है जिहदे विच नसीरुद्दीन शाह दा ब्रदर भी है, हु वाज अ रिटायर्ड कर्नल फ्रॉम आर्मी। ये जाके भगवत साहब नूं मिले हैं। भगवत साहब ने पूछा तुहानूं तकलीफ की? वो कहते सानूं तकलीफ ये है कि असीं sound as a religion and Islam and Hinduism is there. Why you call it कि Muslims are also Hindus? तुसीं ये कहो कि Indian Muslims हैं। अच्छा, we have no problem, we are Indian Muslims, we are भारतीय Muslims, कोई दिक्कत नहीं है। ਇਹ ਅਸੀਂ ਚੋਬੇ ਕਿਉਂ ਲਾਣੇ ਇੱਕ ਦੂਜੇ ਨੂੰ? ਚੋਬੇ ਲਾਣੇ ਬੰਦ ਕਰ ਦੇਣੇ ਚਾਹੀਦੇ ਆ। ਮੁਸਲਿਮਸ ਆਰ ਇੰਡੀਅਨਸ, ਐਜ਼ ਗੁੱਡ ਇੰਡੀਅਨਸ ਐਜ਼ ਐਨੀਵਨ ਐਲਸ। ਐਂਡ ਉਹਨਾਂ ਦੇ ਵਿੱਚ ਜਜ਼ਬਾ ਉਨਾ ਹੀ ਹੈ ਜਿੰਨਾ ਕਿਸੇ ਇਸ ਦੇਸ਼ ਦੇ ਕਿਸੇ ਹੋਰ ਬੰਦੇ 'ਚ ਹੈ। ਉਵੇਂ ਹੀ ਉਹਨਾਂ ਦਾ ਖੂਨ ਹੈ, ਉਵੇਂ ਹੀ ਉਹਨਾਂ ਨੇ ਜਾਨਾਂ ਦਿੱਤੀਆਂ। ਪੂਰੇ ਕਸ਼ਮੀਰੀਜ਼ ਆਰ ਕਨਵਰਟਸ ਫਰਮ ਪੰਡਿਤਸ, ਫਰਮ ਬ੍ਰਾਹਮਨਸ। ਵਾਟ ਇਜ਼ ਦ ਪ੍ਰੋਬਲਮ? ਗੁਲਾਮ ਨਬੀ ਆਜ਼ਾਦ ਇਜ਼ ਅ ਬ੍ਰਾਹਮਣ, ਓਵੈਸੀ ਇਜ਼ ਅ ਬ੍ਰਾਹਮਣ। ਕਿੱਥੇ ਤੁਸੀਂ ਕਿਹੜੇ ਪਾਸੇ ਨੂੰ ਚੱਲੇ ਹੋ? ਯੋਰ ਬਲੀਫ ਹੈ, ਤੁਸੀਂ ਬਲੀਫ ਜੋ ਮਰਜ਼ੀ ਕਰ। ਐਂਡ ਬਲੀਫ ਕਿਹੜਾ ਹੈਗਾ ਜਿਹਦੀ ਬੁਨਿਆਦ ਕੋਈ ਨਹੀਂ, ਵਿੱਚ ਜਿਹਦਾ ਲੌਜਿਕ ਕੋਈ ਨਹੀਂ। ਰਿਲੀਜਨ ਇਜ਼ ਅ ਇਲੌਜੀਕਲ ਥਿੰਗ। ਰਿਲੀਜਨ ਇਜ਼ ਆਲਵੇਜ਼ ਅ ਬਲੀਫ, ਇਟਸ ਅ ਮੈਥੋਲੋਜੀ। ਤੁਸੀਂ ਮੈਥੋਲੋਜੀ 'ਚ ਬਲੀਵ ਕਰਨਾ, ਕਰੋ, ਬਲੀਵ ਇਟ, ਗੋ ਅਹੈਡ। ਬਟ ਵਾਈ ਹੇਟ ਅ ਮੈਨ? ਵਾਈ ਹੇਟ ਐਨ ਅਦਰ ਮੈਨ ਕਿ ਤੇਰਾ ਰਿਲੀਜਨ ਹੈ? ਐਂਡ ਵੰਡਦੇ ਕਿਉਂ ਹੈ ਰਿਲੀਜਨ? ਤੁਹਾਡਾ ਰਿਲੀਜਨ ਬਹੁਤ ਚੰਗਾ, ਆਪਣੇ ਕੋਲ ਰੱਖੋ। ਵਾਈ ਯੂ ਵਾਂਟ ਹੋਲ ਵਰਲਡ ਸ਼ੁੱਡ ਬਿਕਮ ਮੁਸਲਿਮ, ਹੋਲ ਵਰਲਡ ਸ਼ੁੱਡ ਬਿਕਮ ਹਿੰਦੂ, ਹੋਲ ਵਰਲਡ ਸ਼ੁੱਡ ਬਿਕਮ ਕ੍ਰਿਸਚੀਅਨਸ। ਕ੍ਰਿਸਚੀਅਨਸ ਵੀ ਲੱਗੇ ਹੋਏ ਆ, ਮੁਸਲਿਮ ਵੀ ਲੱਗੇ ਹੋਏ ਆ। ਲਗਾਤਾਰ ਕਿੰਨੀਆਂ ਲੜਾਈਆਂ ਲੜ ਲੀਆਂ ਇਹਨਾਂ ਨੇ ਜੇਰੂਸਲਮ ਲਈ, ਕਿੰਨੀਆਂ ਅੱਜ ਵੀ ਲੜ ਰਹੇ ਹੈ। ਕਰਸੂਏਡਸ ਆਫਟਰ ਕਰਸੂਏਡਸ, what they have achieved, bloodshed after bloodshed, what they have achieved. wars 'ਚ ਬੰਦੇ ਨਹੀਂ ਮਰੇ, ਜਿਹੜੀਆਂ ਟੈਰੀਟੋਰੀਅਲ ਬਾਉਂਡਰੀਜ਼ ਵਧਾਉਣ 'ਚ ਬੰਦੇ ਨਹੀਂ ਇੰਨੇ ਮਰੇ ਜਿੰਨੇ ਬੰਦੇ ਰਿਲੀਜਨ ਦੀ ਹੇਟਰੇਡ 'ਚ ਮਰੇ ਹੈ। ਐਂਡ ਜਿਸ ਕੰਟਰੀ ਨੇ ਗਰੋ ਕਰਨਾ ਹੈ, ਜੇ ਇੰਡੀਆ ਨੇ ਗਰੋ ਕਰਨਾ ਹੈ, ਜੇ ਇੰਡੀਆ ਨੇ ਡਿਵੈਲਪਡ ਨੇਸ਼ਨ ਬਣਨਾ ਹੈ 47 ਤੱਕ, ਇੰਡੀਆ ਹੈਜ਼ ਟੂ ਸ਼ਨ these problems, has to shun the religious bias, has to shun the bias of the regions, has to shun the bias of the caste, has to shun the bias of the color. ਇਹ ਸਭ bias ਛੱਡਣੀਆਂ ਪੈਣੀਆਂ, then we will grow. Look at ਹੁਣ ਜਿਹੜਾ ਲੇਟੈਸਟ ਪਰਸੋਂ ਦੀ ਗੱਲ ਹੈ, ਐਕਸ ਦੁਬਈ ਦਾ ਜਿਹੜਾ ਪੁਲਿਸ ਚੀਫ ਹੈ, ਉਹਨੇ ਕਿਹਾ ਕਿ ਪਾਕਿਸਤਾਨੀ ਇੱਥੇ ਆ ਕੇ ਡਿਵਿਸਿਵ ਹੈ, ਇਹ ਆ ਕੇ ਨਸ਼ੇ ਵੇਚਦੇ ਹੈ। Indians are disciplined, Indians follow rule of law. So why don't we, ਇਹ ਜਿਹੜੀ ਸਾਨੂੰ ਸ਼ੋਭਾ ਮਿਲ ਰਹੀ ਹੈ ਪੂਰੀ ਵਰਲਡ ਦੇ ਵਿੱਚ, ਤੁਸੀਂ ਸਿੰਗਾਪੁਰ ਦਾ ਇੰਡੀਅਨ ਓਰੀਜਨ ਦਾ ਪ੍ਰਾਈਮ ਮਿਨਿਸਟਰ, ਤੁਹਾਡਾ ਪ੍ਰਾਈਮ ਮਿਨਿਸਟਰ ਆਫ UK ਇੰਡੀਅਨ ਓਰੀਜਨ ਦਾ, ਤੁਹਾਡੇ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਓਰੀਜਨ ਦੀ, ਅਮਰੀਕਨ ਦੇ 2 ਕੈਂਡੀਡੇਟਸ ਹਨ ਦੋਰ ਇੰਡੀਅਨ ਓਰੀਜਨ ਦੇ। ਸੋ ਯੂ ਸ਼ੁੱਡ, ਇਹ ਜਿਹੜੀ ਚੰਗਿਆਈ ਹੈ ਇਹਨੂੰ ਵੰਡੋ। ਜਿਹੜੀ ਤੁਹਾਡੇ ਵਿੱਚ ਭੈੜਾਪਨ ਹੈ ਉਹਨੂੰ ਕਿਉਂ ਪਾਲਦੇ ਹੋ? ਉਹਨੂੰ ਦੁੱਧ ਕਿਉਂ ਚੜਾਉਂਦੇ ਹੋ? ਉਹਨੂੰ ਪਾਣੀ ਕਿਉਂ ਚੜਾਉਂਦੇ ਹੋ? ਪਾਣੀ ਪਿੱਪਲ ਨੂੰ ਚੜਾਓ ਜਿਹੜਾ ਆਕਸੀਜਨ ਜ਼ਿਆਦਾ ਦਿੰਦਾ। ਪਾਣੀ ਤੁਸੀਂ ਉਹਨੂੰ ਕਿਉਂ ਚੜਾਉਂਦੇ ਹੋ ਜਿਹੜਾ ਕੰਡੇ ਦਿੰਦਾ? ਤੁਸੀਂ ਪਾਣੀ ਉਹਨੂੰ ਚੜਾਓ ਜਿਹੜਾ ਚੰਗਾ ਹੈ, ਜਿਹੜਾ ਅੱਛਾ ਹੈ, ਜਿਹੜਾ ਹਿੰਦੁਸਤਾਨ ਦੀ ਫੁਲਬਾੜੀ ਨੂੰ ਵਧੀਆ ਬਣਾਉਂਦਾ ਹੈ। ਐਂਡ ਇਹ ਵੋਟਾਂ, ਮੈਂ ਕਹਾਂ ਲੋ ਪ੍ਰੋਬਲਮ ਲਾਈਜ਼ ਵਿਦ ਦੀ ਇਲੈਕਟੋਰੇਟ। ਇਲੈਕਟੋਰੇਟ ਇਸ ਗੱਲ 'ਚ ਵਿਕਦਾ ਹੈ, ਇਹ ਬਾਇਸ ਰੱਖਦਾ ਹੈ। ਇਲੈਕਟੋਰੇਟ ਇਹ ਲਾ ਦੇਵੇ, ਇਹ ਲੀਡਰ ਭੱਜਣਗੇ, ਕਰਨਗੇ ਨਹੀਂ, ਕਦੇ ਨਹੀਂ ਕਰਨਗੇ। ਐਂਡ ਜਿੰਨੇ ਇਹ ਭੁਗਤ ਜੇ ਹੈਗੇ ਨਾ, ਜੇ ਪੈਸੇ ਨਾ ਚੜ੍ਹਦੇ ਹੋਣ ਰਿਲੀਜੀਅਸ ਪਲੇਸਿਸ ਤੇ, ਸਭ ਭੱਜਣ ਪ੍ਰਧਾਨ ਹੈ ਜਿੰਨੇ ਚੌਧਰੀ ਬਣੇ ਹੋਏ। ਇਹ ਤਾਂ ਹੈ, ਦੈਟਸ ਆਲ ਮਨੀ ਮੈਟਰਸ ਐਂਡ ਹੇਅਰ ਇਜ਼ ਆਲ ਪੋਲਿਟਿਕਸ ਮੈਟਰਸ। ਐਂਡ ਕੋਈ ਪਾਰਟੀ ਘੱਟ ਨਹੀਂ ਹੈ ਇਹਦੇ 'ਚ, ਯੂ ਕਾਂਟ ਬਲੇਮ ਐਨੀਵਨ। ਹਰ ਪਾਰਟੀ ਇਹੀ ਕਰਦੀ ਹੈ, ਕੋਈ ਮਾਈਨੋਰਿਟੀ ਨੂੰ ਅਪੀਜ਼ਮੈਂਟ ਕਰਦੀ ਹੈ,
ਕੋਈ ਮੈਜੋਰਿਟੀ ਨੂੰ ਅਪੀਸਮੈਂਟ ਸ਼ੁਰੂ ਕਰ ਦਿੰਦੀ ਹੈ, ਕੋਈ ਇੱਕ ਹੋਰ ਸਲੋਗਨ ਦੇ ਕੇ ਵੋਟ ਇਕੱਠੀ ਕਰਦੀ ਹੈ, ਕੋਈ ਦੂਜਾ ਸਲੋਗਨ ਇਕੱਠੀ ਕਰਦੀ ਹੈ। ਜੇ ਤੁਸੀਂ ਮੈਨੂੰ ਦੱਸੋ ਮੁਸਲਿਮ ਡੋਮੀਨੇਟਡ ਦੇ ਵਿੱਚ ਕਿਉਂ ਇਹ ਪੋਲੀਟੀਕਲ ਪਾਰਟੀਆਂ ਦੂਜਾ ਕੈਂਡੀਡੇਟ ਨਹੀਂ ਖੜਾ ਕਰ ਸਕਦੀਆਂ? ਵਾਈ ਦੇ ਆਲਵੇਜ਼ ਹੈਵ ਟੂ ਪੁੱਟ ਅ ਮੁਸਲਿਮ? ਵਾਈ ਜਿੱਥੇ ਗੁੱਜਰ ਆ ਉੱਥੇ ਗੁੱਜਰ? ਵਾਈ ਜਿੱਥੇ ਮੀਨੇ ਆ ਉੱਥੇ ਮੀਨੇ? ਵਾਈ ਜਿੱਥੇ ਬ੍ਰਾਹਮਣ ਆ ਉੱਥੇ ਬ੍ਰਾਹਮਣ? ਵਾਈ ਜਿੱਥੇ ਰਾਜਪੂਤ ਆ ਉੱਥੇ ਰਾਜਪੂਤ? ਵਾਈ? ਇਟ ਮੀਨਸ you are living on this bias, you are cultivating this bias, you are perpetuating this bias. ਇਹ ਤੁਸੀਂ ਦੇਸ਼ ਦੇ ਧਰੋਹੀ ਹੋ, ਤੁਸੀਂ ਦੇਸ਼ ਹਿਤੈਸ਼ੀ ਨਹੀਂ ਹੋ। ਐਂਡ ਭਾਰਤ ਲਿਖਣ ਨਾਲ ਕੋਈ ਬੜਾਈ ਨਹੀਂ ਕਰਤੀ। ਭਾਰਤ ਲਿਖਣ ਨਾਲ ਤੁਸੀਂ ਸਾਡੇ ਵਿੱਚ ਜਿਹੜਾ G20 ਦੇ ਵਿੱਚ ਅੱਛੇ ਇਸ਼ੂਸ ਚੱਲਣੇ ਚਾਹੀਦੇ ਸੀ, ਤੁਸੀਂ ਉਹਨੂੰ ਨੈਗੇਟਿਵ ਵਾਈਬਸ ਦੇ ਵਿੱਚ ਘੇਰ ਲਿਆ। ਨਹੀਂ ਟਾਂਡਾ ਜੀ, ਇਹ ਕਿਹਾ ਜਾ ਰਿਹਾ ਕਿ ਗਣੇਸ਼ ਚਤੁਰਥੀ ਹੈਗੀ ਹੈ 19 ਤਰੀਕ ਨੂੰ, 18 ਤਰੀਕ ਨੂੰ ਸਪੈਸ਼ਲ ਸੈਸ਼ਨ ਬਣਾਇਆ ਕਿ ਵੀ ਇੰਡੀਆ ਤੋਂ ਮਤਾ ਪਾਸ ਕਰਾ ਸਕਦੇ ਨੇ, ਕਿ ਮਤਾ ਲਿਆਇਆ ਜਾ ਸਕਦਾ ਕਿ ਇੰਡੀਆ ਤੋਂ ਭਾਰਤ ਕਰ ਦਿੱਤਾ ਜਾਏ। ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ। ਫਿਰ ਚੈਲੰਜਸ ਤੁਸੀਂ ਦੇਖੋ ਕਿੰਨੇ ਨੇ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੋਟ ਤੇ ਲਿਖਿਆ ਜਾਂਦਾ, ਫਿਰ ਦੁਬਾਰਾ ਨੋਟਬੰਦੀ ਹੋਏਗੀ। ਇਹਦਾ ਮਤਲਬ ਕਿ ਉੱਥੇ ਉਹ ਸਾਰੇ ਉਹਨਾਂ ਨੂੰ ਰਿਜ਼ਰਵ ਬੈਂਕ ਆਫ ਭਾਰਤ ਲਿਖਣਾ ਪਏਗਾ। ਮਤਲਬ ਮੇਰੇ ਪਾਸਪੋਰਟ ਤੇ ਉੱਥੇ ਇੰਡੀਆ ਲਿਖਿਆ ਗਿਆ, ਉੱਥੇ ਫਿਰ ਇਹਦਾ ਮਤਲਬ ਮੇਰਾ ਪਾਸਪੋਰਟ ਵੀ ਉਹ ਬਦਲਣਾ ਪਏਗਾ। ਸਾਰਾ ਕੁਝ ਇਹ ਕੀ ਇੰਨਾ ਸੁਖਾਲਾ ਹੈ? ਤੇ ਕੀ ਵਾਕਈ ਭਾਜਪਾ ਨੇ ਇਹੋ ਜਿਹੀਆਂ ਚੀਜ਼ਾਂ ਕਰਕੇ ਕੇਂਦਰ ਸਰਕਾਰ ਇੱਕ ਮੁੱਦਾ ਨਹੀਂ ਦੇ ਰਹੀ ਵਿਰੋਧੀਆਂ ਨੂੰ? ਉਹ ਵਾਰ-ਵਾਰ ਕਿਤੇ ਇਹ ਨਹੀਂ ਸ਼ਾਇਦ ਕਿ ਸਿਰਫ ਵਿਰੋਧੀਆਂ ਨੇ ਨਾਮ ਕਿਉਂਕਿ INDIA ਰੱਖ ਲਿਆ, ਤਾਂ ਤੁਹਾਨੂੰ ਲੱਗਦਾ ਕਿ ਵਾਕਈ ਇੱਥੇ ਭਾਜਪਾ ਬੈਕਫੁੱਟ ਤੇ ਹੈ? ਲੋਕ ਇਸ ਨੂੰ ਇਸ ਤਰੀਕੇ ਨਾਲ ਦੇਖ ਸਕਦੇ ਨੇ ਕਿ ਉਹ ਦੇਸ਼ ਭਗਤੀ ਦੇਖਣਗੇ ਇਸ ਦੇ ਵਿੱਚ? ਦੇਖੋ, ਇੱਕ ਫੈਕਟ ਤਾਂ ਬੜਾ ਕਲੀਅਰ ਹੈ ਕਿ ਜੇ ਆਪੋਜੀਸ਼ਨ ਵੋਟ ਯੂਨਾਈਟ ਹੁੰਦੀ ਹੈ, ਖਤਰੇ ਦੀ ਘੰਟੀ ਹੈ। BJP is not 50% plus marks. In some states, yes, it has won the elections. And ਜੇ ਇਕੱਠੇ ਹੁੰਦੇ ਆ, ਜੇ 50% ਹੁੰਦੀ ਹੈ, 50% ਵੀ, and BJP will come close to 200. ਹੋਣੀ ਨਹੀਂ ਉਹਨਾਂ ਦੀ ਯੂਨਿਟੀ। ਦੋ there is a divergently they are against each other. ਉੱਥੇ ਗਰਾਊਂਡ ਤੇ ਕਰਨੀ ਬਹੁਤ ਔਖੀ ਹੈ, ਕਿਉਂਕਿ ਜਿਹੜਾ ਤੁਸੀਂ ਡਿਵੀਜ਼ਨ ਦੀ ਜ਼ਹਿਰ ਲੋਕਾਂ 'ਚ ਪਾਉਂਦੇ ਹੋ, ਜੇ ਭਗਵੰਤ ਮਾਨ ਜੀ ਨੇ ਜਿਵੇਂ ਕਾਂਗਰਸੀ ਫੜਫੜ ਅੰਦਰ ਕੀਤੇ ਹੈ, ਜਿਨ੍ਹਾਂ ਨੂੰ ਚੋਰ ਕਿਹਾ ਹੈ, would ਭਗਵੰਤ ਮਾਨ ਜੀ ਸ਼ੇਅਰ ਸਟੇਜ ਵਿਦ ਚੰਨੀ ਜੀ, ਵਿਦ ਆਸ਼ੂ ਜੀ? this is the contradiction. ਨਹੀਂ, ਉਹ ਕੱਲ ਬਾਜਵਾ ਜੀ ਨੇ ਕਲੀਅਰ ਕਰ ਦਿੱਤਾ। ਬਾਜਵਾ ਜੀ ਕਹਿੰਦੇ ਹੋ ਹੀ ਨਹੀਂ ਸਕਦਾ। ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਕੀ ਤੁਸੀਂ ਸਟੇਜ ਇਕੱਠੇ ਕਰੋਗੇ, ਕਹਿੰਦੇ ਹੋ ਹੀ ਨਹੀਂ ਸਕਦਾ। ਅੱਜ ਰਾਜਾ ਵੜਿੰਗ ਜੀ ਨੇ ਕਹਿ ਦਿੱਤਾ, ਰਾਜਾ ਵੜਿੰਗ ਕਹਿੰਦੇ ਕਿ ਸਾਨੂੰ ਇਹ ਉੱਤੋਂ ਆਦੇਸ਼ ਹੀ ਨੇ ਕਿ 13 ਸੀਟਾਂ ਤੇ ਲੜਨਾ ਹੈ ਤੇ 13 ਸੀਟਾਂ ਦੀਆਂ ਤਿਆਰੀਆਂ ਕਰੋ। ਹੁਣ ਉੱਥੇ ਪਤਾ ਨਹੀਂ ਕਿ ਜਾਂ ਤਾਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਪਤਾ ਲੱਗ ਗਿਆ ਪਹਿਲਾਂ ਕਿ ਸੀਟਾਂ ਦੀ ਸੈਟਿੰਗ ਹੋ ਗਈ ਹੈ, ਉਹਨਾਂ ਨੇ ਆਪਦੀ ਡਾਊਨਲੋਡ ਮਤਲਬ ਕਰ ਦਿੱਤਾ, ਤੇ ਸ਼ਾਇਦ ਕਾਂਗਰਸ ਹਾਲੇ ਉਸ ਤਰੀਕੇ ਨਾਲ ਆਪਦੇ ਲੀਡਰਸ ਨੂੰ ਮੇਰੇ ਖਿਆਲ ਡਾਊਨਲੋਡ ਨਹੀਂ ਕਰ ਸਕੀ ਹਾਲੇ ਤੱਕ। ਜੀ ਇਹ ਨਹੀਂ ਹੈ ਜੀ। ਜਿੱਦਣ ਇਹਨਾਂ ਦੇ ਸੈਂਟਰ ਦੀ ਲੀਡਰਸ਼ਿਪ ਦਾ ਡੰਡਾ ਵੱਜਣਾ, ਸਭ ਨੇ ਲਾਈਨ 'ਚ ਖੜੇ ਹੋ ਜਾਣਾ ਸਿੱਧੇ। ਉਹਨੂੰ ਜਾਖੜ ਸਾਹਿਬ ਨੂੰ 43 MLAs ਨੇ ਕਿਹਾ ਸੀ, ਕਿਸੇ MLA ਦੇ ਵਿੱਚ ਕੌਂਸਟੈਂਸ ਬਚੀ ਸੀ ਜਿਹੜਾ ਬੋਲ ਲਵੇ? ਸਭ ਬਾਲਣ ਹੈ, ਇਸ ਜਿੰਨੇ ਹੈਗੇ ਬਾਲਣ ਹੈ। ਇਹਨਾਂ ਨੂੰ ਡਾਹਣ ਵਾਲੇ ਦਿੱਲੀ ਬੈਠ ਕੇ, ਉਹ ਡਾਂਦੇ ਆ ਇਹਨਾਂ ਨੂੰ ਚੂਲੇ 'ਚ। ਇਹ ਥੋੜਾ ਆਪਣੀ ਮਰਜ਼ੀ ਨਾਲ ਮੱਚਦੇ ਆ, ਉਹ ਡਾਂਦੇ ਆ। ਇਹਨਾਂ ਨੇ ਇਹੀ ਬੋਲੀ ਜਾਣਾ। ਇਹੀ ਤਾਂ ਪੋਲੀਟੀਸ਼ੀਅਨ ਦੀ ਖੂਬਸੂਰਤੀ ਹੈ। ਰਾਤ ਨੂੰ ਦਿਨ ਕਹੀ ਜਾਣਾ, ਦਿਨ ਨੂੰ ਰਾਤ ਕਹੀ ਜਾਣਾ। ਕਿਸੇ ਨੇ ਕਿਹਾ ਕਿ ਮੈਂ ਹਾਰ ਜੂ ਇਲੈਕਸ਼ਨ ਐਤਕੀ, ਮੈਂ ਵੀਕ ਹੈ। ਸਾਰੇ 2/3 ਮੈਜੋਰਿਟੀ ਬਣਾਉਂਦੇ ਆ। ਇਹਨਾਂ ਦੇ ਛੱਡੋ, ਦੇ ਆਰ ਇਰਰਿਸਪੌਂਸਿਬਲ ਸਟੇਟਮੈਂਟਸ ਆਫ ਆਲ। ਸੱਚਾਈ ਇਹ ਹੈ ਕਿ ਦੇ ਨੋ ਕਿ ਹਲੇ ਫਾਈਨਲ ਨਹੀਂ ਹੋਇਆ, ਤਾਂ ਇਹ ਸਟੈਂਡ ਬਣਾ ਰੱਖੀਏ। ਉੱਥੇ ਕੀ ਹੈ ਕਿ ਕੇਜਰੀਵਾਲ ਸਾਹਿਬ ਨੇ ਮੰਗ ਕਰ ਲਈ ਹੈ ਕਿ ਸਾਰੀਆਂ ਸਟੇਟਸ ਦਿਓ ਸੀਟਾਂ ਸਾਨੂੰ, ਜਿਹੜੀਆਂ ਕਾਂਗਰਸ ਨੇ ਕਦੇ ਦੇਣੀਆਂ ਨਹੀਂ। ਉਹਨਾਂ ਨੇ ਕਹਿਣਾ 10% ਵੋਟ ਗੁਜਰਾਤ 'ਚ ਪਈ ਹੈਗੀਆਂ, ਸਾਨੂੰ ਦਿਓ। ਇਹਨਾਂ ਨੇ ਦੇਣੀ ਨਹੀਂ। ਉਹਨਾਂ ਨੇ ਕਹਿਣਾ ਕਿ ਦੂਜੀਆਂ ਸਟੇਟਸ ਵੀ ਸਾਡੀ ਪੋਪੂਲੈਰਿਟੀ ਵੱਧ ਹੈ, ਸਾਨੂੰ ਹਰ ਜਗ੍ਹਾ ਤੇ 2-2 ਵਟ ਕੇਜਰੀਵਾਲ ਵਾਂਟਸ। ਕੇਜਰੀਵਾਲ ਬੜੀ ਕੁਇਕਲੀ ਨੈਸ਼ਨਲ ਪਾਰਟੀ ਬਣਿਆ। ਹੀ ਵਾਂਟਸ ਕਿ ਪੈਨ ਇੰਡੀਆ ਉਹਦੀ ਪ੍ਰੈਜ਼ੈਂਸ ਹੋ ਜਾਵੇ। ਉਹ ਇਹ ਜਿਹੜੀ INDIA ਤੇ ਰਾਈਡ ਕਰਕੇ ਉਹ ਚਾਹੁੰਦਾ ਕਿ ਹਰ ਸਟੇਟ 'ਚ ਮੈਨੂੰ ਕੁਝ ਸੀਟਾਂ ਮਿਲ ਜਾਣ ਤੇ ਮੈਂ ਜਿੱਤ ਜਾਵਾਂ, ਸੋ ਦੈਟ ਆਈ ਕੈਨ ਰੀਅਲੀ ਪੋਜ਼ ਮਾਈਸੈਲਫ ਐਜ਼ ਅ ਨੈਸ਼ਨਲ ਪਾਰਟੀ। ਐਂਡ ਉਹ ਕਾਂਗਰਸ ਨੇ ਨਹੀਂ ਹੋਣ ਦੇਣਾ। ਕਾਂਗਰਸ ਵਾਂਟਸ ਕਿ ਜੋ ਮਰਜ਼ੀ ਹੋਵੇ, ਅਸੀਂ ਰਾਹੁਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਚਿਹਰਾ ਬਣਾਉਣਾ ਤੇ ਦਿਖਾਣਾ। ਐਂਡ ਉਸੇ ਲਈ ਰਾਹੁਲ ਗਾਂਧੀ ਜੀ ਨੇ ਉੱਥੇ ਕਿਹਾ ਕਿ ਜਿਹੜੀ ਇਹ ਨਵੀਂ ਸੈਸ਼ਨ ਸੱਦਿਆ, ਉਹ ਸੈਸ਼ਨ ਇਸ ਲਈ ਸੱਦਿਆ ਮੇਰਾ ਜੀ ਦੇ ਸਕਿਆ, ਮੈਂ ਭਾਰੂ ਪੈ ਗਿਆ ਸੀ ਮੋਦੀ ਜੀ ਤੇ, ਤਾਂ ਮੋਦੀ ਜੀ ਹੁਣ ਉਹ ਬਰਾਬਰ ਕਰਨ ਲਈ ਸੈਸ਼ਨ ਬੁਲਾ ਰਹੇ ਹੈ। ਸੋ ਹੀ ਇਜ਼ ਪੋਜ਼ਿੰਗ ਕਿ ਆਈ ਐਮ ਅ ਚੈਲੰਜ। ਨਾਓ ਹੋਰ ਦੇਖੋ, 13 ਮੈਂਬਰ ਬਣਾਏ ਹੈ। 13 ਮੈਂਬਰਾਂ ਚ ਵਾਈ ਸੋਨੀਆ ਗਾਂਧੀ ਇਜ਼ ਨਾਟ ਦੇਅਰ, ਵਾਈ ਰਾਹੁਲ ਗਾਂਧੀ ਇਜ਼ ਨਾਟ ਦੇਅਰ, ਵਾਈ ਖੜਗੇ ਇਜ਼ ਨਾਟ ਦੇਅਰ। ਉਹ ਕਹਿੰਦੇ ਤੁਹਾਡਾ ਸਟੈਂਡਰਡ ਦੇ ਬਰਾਬਰ ਦੇ ਨਹੀਂ ਹੈ, ਮੇਰਾ ਤਾਂ ਇੱਕ ਛੋਟਾ ਕਰਿੰਦਾ ਜਾਊਗਾ ਬੀਨੂ ਗੋਪਾਲ, ਹੀ ਵਿਲ ਸਿਟ ਵਿਦ ਯੂ, ਵੀ ਆਰ ਅਬਵ ਯੂ। ਪਰ ਉਹ ਵੀ ਨਹੀਂ ਮੰਨੇ। ਉਹ ਕਹਿੰਦੇ ਅਸੀਂ ਤੁਹਾਨੂੰ ਕਨਵੀਨਰ ਨਹੀਂ ਬਣਾਉਣਾ। ਹੁਣ ਨਿਤਿਸ਼ ਜੀ ਗੇਮ ਖੇਡਦੇ ਆ, ਉਹ ਕਹਿੰਦੇ ਤੁਸੀਂ ਸਭ ਦੇ ਪ੍ਰੇਮੀ ਬਣ ਜਾਓ, ਕੋ ਮੈਂ ਤਾਂ ਕੁਝ ਲੈਣਾ ਹੀ ਨਹੀਂ, ਮੈਂ ਤਾਂ ਕੁਝ ਲੈਣਾ ਹੀ ਨਹੀਂ। ਜਿੱਦਣ ਆਜੂਗੀ
ਪਾਵਰ ਮੈਜੋਰਿਟੀ ਆ ਜਾਊਗੀ, ਉਦੋਂ ਸਾਰਿਆਂ ਤੋਂ ਗਾਣਾ ਸ਼ੁਰੂ ਕਰਾਂਗੇ ਓਨਲੀ ਨਿਤਿਸ਼, ਓਨਲੀ ਨਿਤਿਸ਼, ਓਨਲੀ ਨਿਤਿਸ਼। ਇਹ everyone is playing these games. Try to understand, politician ਤੇ ਯਕੀਨ ਕਦੇ ਨਹੀਂ ਕਰਨਾ ਚਾਹੀਦਾ। ਇਹ ਜੇ ਕਹਿਣ ਨਾ ਨਾਰਥ ਨੂੰ ਜਾਓ ਤਾਂ ਸਾਊਥ ਨੂੰ ਚਲੇ ਜਾਓ, ਜੇ ਕਹਿਣ ਮੈਂ ਈਸਟ ਚੱਲਿਆ ਇਹਨਾਂ ਨੂੰ ਵੈਸਟ ਚ ਲੱਭ ਲਓ, ਉੱਥੇ ਮਿਲ ਜਾਣ। ਇਹ ਛੱਡੋ ਇਹਨਾਂ ਦੀਆਂ। ਬਿਲਕੁਲ ਟਾਂਡਾ ਸਾਹਿਬ, ਪਰ ਕੀ ਤੁਹਾਨੂੰ ਲੱਗਦਾ ਕਿ ਇਹ ਮੁੱਦੇ ਸੀ ਜਿਸ ਦਾ ਤੁਸੀਂ ਜ਼ਿਕਰ ਜਿਵੇਂ ਕੀਤਾ ਕਿ ਇਹ ਮੁੱਦਾ ਥੋੜਾ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਤੇ ਇੰਨੀ ਬਹਿਸ ਕਰੀ ਜਾਈਏ, ਪ੍ਰੈਜ਼ੀਡੈਂਟ ਆਫ ਭਾਰਤ ਹੈ, ਮੁੱਦੇ ਬਹੁਤ ਨੇ, ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੈ, ਨਾ ਵਿਰੋਧੀ ਉਧਰਲੇ ਪਾਸੇ ਤੁਰਦੇ ਨੇ ਤੇ ਨਾ ਸਰਕਾਰ ਤੁਰਦੀ ਹੈ, ਵਿਰੋਧੀ ਆਪਦੇ ਵਾਲੇ ਪਾਸੇ ਚੱਲ ਰਹੇ ਨੇ, ਸਰਕਾਰ ਆਪਣੇ ਵਾਲੇ ਪਾਸੇ, ਬੇਰੋਜ਼ਗਾਰੀ ਕਿੱਡਾ ਵੱਡਾ ਮੁੱਦਾ ਹੈ ਨਾ, ਉਸ ਤੇ ਕਿਵੇਂ ਤੁਸੀਂ ਬਲੂਪ੍ਰਿੰਟ ਤਾਂ ਦੱਸੋ ਅੱਗੇ ਤੁਸੀਂ 2029 ਤੱਕ ਕਿਸ ਤਰੀਕੇ ਨਾਲ ਮਤਲਬ ਤੁਸੀਂ ਰੋਜ਼ਗਾਰ ਲੈ ਕੇ ਆਓਗੇ, ਕਿਵੇਂ ਤੁਸੀਂ ਅਰਥ ਵਿਵਸਥਾ, ਉਹ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੀਜੇ ਨੰਬਰ ਤੇ ਆ ਜਾਣਾ ਹੈ, ਕਿਵੇਂ ਹੋਏਗਾ ਉਹ ਸਾਰਾ ਕੁਝ? ਇਸ ਤਰ੍ਹਾਂ ਜੀ ਕਿ ਪਿੰਡ 'ਚ ਜਦ ਚੋਰ ਪੈਂਦੇ ਆ ਨਾ ਤਾਂ ਪਿੰਡ ਵਾਲੇ ਉਹਨਾਂ ਨੂੰ ਫੜਨ ਲੱਗ ਜਾਂਦੇ ਆ, ਤੇ ਚੋਰਾਂ 'ਚੋਂ ਇੱਕ ਬੰਦਾ ਦੂਜੇ ਪਾਸੇ ਇਹਨੂੰ ਗਏ ਇੱਧਰ ਨੂੰ, ਇੱਧਰ ਜਾਓ, ਸਾਰਾ ਪਿੰਡ ਉੱਤੇ ਭੱਜ ਲੈਂਦਾ। ਹੁਣ ਇਹ ਕੀ ਹੈ ਕਿ ਬੀਜੇਪੀ wants to distract. Certain issues are very strong issues over there which are against BJP. ਜਿਹੜੀ communalism ਦੇ ਵਿੱਚ ਬਹੁਤ ਵਧਾਵਾ ਆ ਰਿਹਾ ਹੈ, ਵਰਲਡ ਦੀਆਂ ਕੰਟਰੀਜ਼ ਹੁਣ ਖੁੱਲ ਕੇ ਨਹੀਂ ਬੋਲ ਰਹੀਆਂ ਕਿਉਂਕਿ ਇੰਡੀਆ ਦੀ ਮੰਡੀ ਬਹੁਤ ਵੱਡੀ ਹੈ। ਐਂਡ ਨੋ ਡਾਊਟ ਇੰਡੀਆ ਦੇ ਵਿੱਚ ਇਨਫਲੇਸ਼ਨ ਹੈ, ਨੋ ਡਾਊਟ ਮਣੀਪੁਰ ਦੇ ਵਿੱਚ ਸਿਚੁਏਸ਼ਨ ਵਾਸ ਵੈਰੀ ਗੋਇੰਗ ਬੈਡ, ਹੈਂਡਲ ਨਹੀਂ ਹੋਈ। ਇਹ ਵੀ ਲੰਬਾ ਇਸ਼ੂ ਹੈ, ਇਹਦੇ ਪਿੱਛੇ developed countries हैं ਜਿਹੜੀਆਂ ਕਰਾ ਰਹੀ हैं, they are even using Indian opposition parties to get it done. ਫਰਾਂਸ 'ਚ ਵੀ ਇਹੀ ਕੁਝ ਕਰਾਇਆ, ਫਰਾਂਸ ਦੇ ਵਿੱਚ ਜੋ ਕਰਾਇਆ ਉਹਦੇ ਵਿੱਚ ਵੀ ਡੀਪ ਸਟੇਟਸ हैं ਜਿਹੜੀਆਂ ਉਹ ਇਨਵੋਲਵਡ ਹੈ, ਕਿਉਂਕਿ ਇੰਡੀਆ ਐਂਡ ਫਰਾਂਸ ਰਲ ਕੇ ਅਫਰੀਕਾ ਦੇ ਵਿੱਚ ਇੱਕ ਪੋਰਟ ਡਿਵੈਲਪ ਕਰ ਰਹੇ ਹੈ। ਐਂਡ ਬਟ ਐਟ ਦ ਸੇਮ ਟਾਈਮ ਜਿਹੜੀ ਇੰਟਰਨੈਸ਼ਨਲ ਸਟੈਂਡਿੰਗ ਹੈ ਇੰਡੀਆ ਦੀ, ਤੇ ਜਿਹੜੀ ਗਲੋਬਲ ਮੋਦੀ ਦੀ ਪਾਲਿਸੀ, ਜਿਹੜੀ ਪੁਰਾਣੀ ਪਾਲਿਸੀ ਨੂੰ ਚੱਲਦੀ ਤਾਂ ਨਹਿਰੂ ਤੋਂ ਹੈ ਨੋਨ ਰਾਈਟ, ਪਰ ਉਸ ਪਾਲਿਸੀ ਨੂੰ ਜਿੰਨੀ ਡੀਪਲੀ ਸਮਝ ਕੇ ਇਸ ਗਵਰਨਮੈਂਟ ਨੇ, ਮੌਜੂਦਾ ਗਵਰਨਮੈਂਟ ਨੇ, ਐਂਡ ਕ੍ਰੈਡਿਟ ਗੋਸ ਟੂ ਜੈ ਸ਼ੰਕਰ ਆਲਸੋ, ਇਸ ਲਈ ਨਹੀਂ ਕਿ ਜੈ ਸ਼ੰਕਰ ਇਜ਼ ਵੈਰੀ ਸਮਾਰਟ, ਜੈ ਸ਼ੰਕਰ ਇਜ਼ ਫੋਲੋਇੰਗ ਦ ਏਜੰਡਾ ਆਫ ਮੋਦੀ ਵੈਰੀ ਸਮਾਰਟਲੀ, ਹੀ ਇਜ਼ ਆਰਟੀਕੂਲੇਟਿੰਗ ਇਟ ਵੈਰੀ ਵੈਲ। ਇੰਡੀਆ ਅੱਜ ਇੰਟਰਨੈਸ਼ਨਲੀ, ਇੰਡੀਆ ਹੈਜ਼ ਬਿਕਮ a one force. Now India is heard. Now this G20 is a big voice. And G20 ਦੇ ਉਲਟ ਬੋਲਣਾ ਕਾਂਗਰਸ ਦਾ ਧਰਮ ਬਣ ਗਿਆ, ਇੰਡੀਆ ਦੇ ਉਲਟ ਮੋਦੀ ਦੇ ਉਲਟ ਬੋਲਣਾ ਧਰਮ ਬਣ ਗਿਆ ਹੈ, because they feel ਕਿ Modi is getting popularity. If Dr. Manmohan Singh got a standing ovation, that was a great thing. ਜੇ ਉਸ ਟਾਈਮ ਉਹ ਨਿਊਕਲੀਅਰ ਡੀਲ ਕਰਕੇ ਆਏ ਜਿਹਦੇ ਚੋਂ ਮਿਲਿਆ ਕੁਝ ਨਹੀਂ ਅੱਜ ਤੱਕ, till date we have not got anything, that was a great deal. And ਜੇ ਅਸੀਂ, we are the only third country to get the technology of a jet engines, that is not great, that they undermined. And Chandrayaan ਦੇ ਉੱਤੇ ਦੇਸੇ ਮੋਦੀ ਨੇ ਜੀ, ਇਹ ਨਹਿਰੂ ਨੇ ਕੀਤਾ। I give credit to Nehru, I give credit to everyone, every Indian prime minister. But ਸਵਾਲ ਇਹ ਹੈ ਕਿ 10 ਸਾਲ ਦੇ ਵਿੱਚ ਤੁਸੀਂ ਇਹਦੇ ਲਈ ਪੈਸੇ ਕਿੰਨੇ ਰੱਖੇ? ਜ਼ੀਰੋ। ਤੁਹਾਡੇ ਤੋਂ 450 ਕਰੋੜ ਮੰਗਿਆ ਗਿਆ, ਪ੍ਰਣਬ ਮੁਖਰਜੀ ਨੇ ਐਸ ਫਾਈਨੈਂਸ ਮਿਨਿਸਟਰ ਏਜੰਡਾ ਰੱਖਿਆ ਚੰਦਰਯਾਨ ਲਈ 450 ਕਰੋੜ। You did nothing, you didn't give a single penny. Modi gave it. So Modi the time hoga, Modi credit loga, kyun nahi credit loga? Everyone will take the credit, and you must appreciate your prime minister. He's the prime minister of India. He's not a prime minister of Pakistan. ਤੁਸੀਂ ਉਹਨੂੰ ਡਿਫੇਮ ਕਰਦੇ ਹੋ, ਮਾੜਾ ਬੋਲਦੇ ਹੋ, ਉਹਨੂੰ ਗੰਦਾ ਬੋਲਦੇ ਹੋ, ਮੋਦੀ ਨੂੰ ਗਾਲਾਂ ਕੱਢਦੇ ਹੋ। refrain yourself, refrain. ਤੁਹਾਡੀ growing story ਹੈ, ਤੁਸੀਂ ਬਾਹਰਲੇ ਕੰਟਰੀਜ਼ ਜਾ ਕੇ speak good for India. India is better than many countries on human rights. What's happening? India ਦੇ ਵਿੱਚ ਕਈ ਪੁਲਿਸਮੈਨ ਐਵੇਂ killing ਕਰਦੇ ਜਿਵੇਂ blacks ਦੀ ਅਮਰੀਕਾ ਚ ਹੁੰਦੀ ਹੈ। Have anyone done it? ਕੋਈ ਇੱਕ ਕਾਂਗਰਸੀ ਜਾਂ ਕੋਈ ਹੋਰ ਬੋਲਿਆ ਹੈ ਉਹਦੇ ਲਈ? Do they speak? Human rights are only of the people, not of the policemen ਜਿਹਨਾਂ ਨੂੰ ਗੋਲੀਆਂ ਮਾਰਿਆ ਜਾਂਦਾ, ਉਹਨਾਂ ਦੇ human rights ਹੈ ਨਹੀਂ। They don't have a human rights. Human rights are only of the one individual who are criminals, ਜੇ ਉਹਨਾਂ ਨੂੰ excessive state power use ਕਰਕੇ ਮਾਰਦੀ ਹੈ, ਨਹੀਂ ਮਾਰਨੇ ਚਾਹੀਦੇ। I am against it. I criticize it. But ਉਨਾ ਹੀ ਉਹ ਹੈ ਕਿ ਜਦ ਉਹ ਮਾਰਦੇ ਹੈ law enforcing agencies ਨੂੰ, that should be with the more vigor, more voice, ਤੁਸੀਂ ਉਹਨਾਂ ਨੂੰ criticize ਕਰਨਾ ਚਾਹੀਦਾ। Where are you? You are missing them. ਤੁਸੀਂ ਬਿਲਕੁਲ ਨਹੀਂ ਬੋਲਦੇ। ਕਾਓ ਵਿਜੀਲੈਂਟਸ ਹੈ, ਬਿਲਕੁਲ ਗਲਤ ਹੈ, ਬੋਲੋ, ਡਟ ਕੇ ਬੋਲੋ ਕਾਓ ਵਿਜੀਲੈਂਟਸ ਲਈ। ਬਟ ਜਦ ਤੁਸੀਂ ਦੂਜਿਆਂ ਦੀ ਮਦਦ ਕਰਨ ਲੱਗੇ, ਤੁਸੀਂ ਸ਼ੇਡਸ ਦੇ ਨਾਲ ਅਡਾਪਟ ਕਰਦੇ ਹੋ to criticism. That is wrong. You must appreciate India. We must say, why don't you own responsibility? You say, yes, we are very happy.
ਅਸੀਂ ਕੀਤਾ, ਇੰਡੀਆ ਨੇ ਕੀਤਾ। We praise our Prime Minister Modi is carrying forward the legacy of which was laid down by Nehru, carried forward by the other prime ministers. Why don't you speak that way? ਕਿਉਂ ਨਹੀਂ ਬੋਲਦੇ ਤੁਸੀਂ ਗੱਲ ਸੁਣੋ, ਤੁਸੀਂ ਬੋਲਣ ਤਾਂ ਬਹੁਤ ਲੱਗ ਗਏ। ਨਹਿਰੂ ਦੇ ਨਾਮ ਤੇ ਕਿਉਂ ਘੱਟ ਚੀਜ਼ਾਂ, ਗਾਂਧੀ ਦੇ ਨਾਮ ਤੇ ਕਿਉਂ ਘੱਟ ਚੀਜ਼ਾਂ, ਕਿਉਂ ਪਟੇਲ ਦੇ ਨਾਮ ਤੇ ਨਹੀਂ ਹੈ, ਕਿਉਂ ਇੱਕੋ ਹੀ ਪਰਿਵਾਰ ਦੇ ਨਾਮ ਤੇ ਹੈ? ਉਹਦਾ ਜੇ ਹੁਣ ਜੇ ਨਾਮ ਬਦਲਣਗੇ, ਕਹਿੰਦੇ ਇੰਦਰਾ ਗਾਂਧੀ 에ਅਰਪੋਰਟ ਦਾ ਨਾਮ ਕਿਉਂ ਬਦਲ ਦਿੱਤਾ? When you have been doing discriminatingly, then other person wants to do similar thing by discriminatingly by icons apne Salwarkar. He was a great freedom fighter, no doubt about it. ਉਹਦੀ ਜਿਹੜੀ apology he thought ਕਿ ਮੈਂ ਬਾਹਰ ਆ ਕੇ I can fight it better, ਉਹਨੂੰ ਲੈ ਕੇ ਮਾਫੀ ਮੰਗੀ, ਫਲਾਨਾ ਮੰਗੀ। ਇਹਨੂੰ ਪੁੱਛੋ ਜਿਹੜਾ ਮਾਫੀ ਮੰਗੇ ਤੇ ਜ਼ਿਕਰ ਕਰਦੇ ਰਾਹੁਲ ਗਾਂਧੀ, ਤੂੰ ਕਦੇ ਰਹਿ ਕੇ ਆਇਆ ਸੈਲੂਲਰ ਜੇਲ੍ਹ ਚ ਜਿੱਥੇ ਸਲਵਾਰਕਰ ਰਹਿ ਕੇ ਆਇਆ? ਤੁਸੀਂ ਫੇਸ ਕੀਤੀ ਆ ਸਿਚੁਏਸ਼ਨਸ? ਬਿਲਕੁਲ। ਆਈਡੀਓਲੋਜੀ ਛੱਡੋ, ਆਈਡੀਓਲੋਜੀ ਜੇ ਅੱਜ ਸੁਭਾਸ਼ ਚੰਦਰ ਬੋਸ ਦੀ ਪਾਲਿਸੀ ਲੈ ਕੇ ਕੋਈ ਲੀਡਰ ਆ ਜਾਵੇ, ਉਹਦੇ ਤੇ ਨਾਸਾ ਲਾ ਕੇ ਅੰਦਰ ਕਰ ਦੋਗੇ ਤੁਸੀਂ, NSA ਲਾ ਕੇ ਤੁਸੀਂ ਅੰਦਰ ਕਰੋਗੇ ਜਿਹੜਾ ਉਹਦੀ ਪਾਲਿਸੀ। ਅੱਜ ਬੋਲਣ ਦਿਓਗੇ ਕਿਸੇ ਨੂੰ ਆਵਾਜ਼? Doesn't everyone knows ਕਿ ਸੁਭਾਸ਼ ਚੰਦਰ ਬੋਸ was put forward by Russia? Doesn't you know ਕਿ communist parties were created by Russia to counter the Congress, ਜਿਨ੍ਹਾਂ ਨੇ ਸਪੋਰਟ ਕੀਤੀ ਕਿ ਅਸੀਂ ਵਰਲਡ ਵਾਰ ਜਾਵਾਂਗੇ? Don't you know that? ਅੰਗਰੇਜ਼ਾਂ ਨੇ ਸੈਂਸਸ ਕਿਉਂ ਕਰਾਇਆ ਸੀ? ਸੈਂਸਸ ਇਸ ਲਈ ਕਰਾਇਆ ਸੀ ਹਿੰਦੂ ਮੁਸਲਮਾਨ ਦੀ ਡਿਵਾਈਡ ਕਰਨ ਲਈ, ਉਹਨਾਂ ਨੂੰ ਆਇਡੈਂਟੀਟੀ ਦੇਣੀ ਸੀ ਮੁਸਲਮਾਨਾਂ ਨੂੰ। ਐਂਡ no one knows ਪਾਕਿਸਤਾਨ ਬਣਿਆ ਕਿਉਂ ਹੈ। No one knows ਪਾਕਿਸਤਾਨ ਬਣਿਆ ਇਸ ਲਈ ਸੀਗਾ ਕਿ ਇੰਗਲੈਂਡ ਦੇ ਕੰਟਰੋਲ ਚ ਰਵੇ, ਬਾਅਦ ਚ ਅਮਰੀਕਾ ਦੇ ਕੰਟਰੋਲ ਚ ਰਵੇ, ਹੈ ਕੰਟਰੋਲ ਚ। It is a satellite of America now. It was a satellite of England earlier. People don't know ਕਿਤੇ ਡਿਬੇਟ ਹੋਵੇ, ਪਤਾ ਲੱਗੇ, ਹਾਫ ਬੇਕਨ ਚੀਜ਼ ਚ ਬੋਲਣਾ ਸ਼ੁਰੂ ਕਰ ਦਿੰਦੇ ਆ। ਦਿਸ ਇੰਡੀਆ ਜਿਹੜਾ ਇੰਡੀਆ ਹੈ, ਇਹ ਇੱਕ ਸ਼ਬਦ ਇੰਡੀਆ ਦਾ ਮੁਸਲਮਾਨ ਨੂੰ ਟੁੱਕਦਾ ਹੈ, ਇੱਕ ਹਿੰਦੂ ਨੂੰ ਟੁੱਕਦਾ ਹੈ, ਇੱਕ ਈਸਾਈ ਨੂੰ ਟੁੱਕਦਾ ਹੈ, ਇੱਕ ਸਿੱਖ ਨੂੰ ਟੁੱਕਦਾ ਹੈ, ਇੱਕ ਜਾਤ ਨੂੰ ਟੁੱਕਦਾ ਹੈ। ਜੋ ਜਾਤ ਹੀ ਲੈਣੀ ਹੈ ਤਾਂ ਕਮੋ ਸੀਗੇ ਉਦਮ ਸਿੰਘ, ਇਹਦੇ ਨਾਲ ਜਾਤਾਂ ਜਜ਼ਬੇ ਤੇ ਜਾਤ ਲਿਖੀ ਸੀ। ਉਹਦੇ ਜਜ਼ਬੇ ਤੇ ਕੀ ਲਿਖਿਆ ਸੀਗਾ? ਉਹਦੇ ਜਜ਼ਬੇ ਤੇ ਲਿਖਿਆ ਸੀ ਆਜ਼ਾਦ ਹਿੰਦੁਸਤਾਨ। ਕਾਮਰੇਡ ਸੁਰਜੀਤ ਨੂੰ ਪੁੱਛਿਆ DC ਨੇ ਫੜ ਕੇ, ਕੌਣ ਹੈ ਤੂੰ, ਤੇਰੇ ਬਾਪ ਦਾ ਕੀ ਨਾਮ ਹੈ? ਕਹਿੰਦਾ ਮੇਰਾ ਨਾਮ ਹੈ ਅੰਗਰੇਜ਼ ਤੋੜ ਸਿੰਘ। ਦੇਖੋ, ਲੁੱਕ ਐਟ ਦੀ ਜਜ਼ਬਾ। 16 ਸਾਲ ਦੇ ਮੁੰਡੇ ਨੇ ਯੂਨੀਅਨ ਜੈਕ ਲਾਇਆ। ਅੱਜ ਕਾਮਰੇਡ ਸੁਰਜੀਤ ਬਾਰੇ ਕਿਸੇ ਨੂੰ ਨਹੀਂ ਪਤਾ, ਉਹਨੂੰ ਕ੍ਰਿਟਿਸਾਈਜ਼ ਕਰੀ ਚੱਲ ਰਹੇ ਕਾਮਰੇਡ ਸੁਰਜੀਤ ਨੂੰ। ਹਾਂ, ਕਾਮਰੇਡ ਸੁਰਜੀਤ ਜੇ ਮਰ ਜਾਂਦਾ ਉਦੋਂ, ਜਿਹੜੀ 303 DC ਨੇ ਫੜ ਕੇ ਉੱਤੇ ਕਰਤੀ, ਫਿਰ ਉਹਨਾਂ ਦਾ ਭਗਤ ਸਿੰਘ ਹੁੰਦਾ। 4 ਕਿੱਲੇ ਜ਼ਮੀਨ ਚ ਮੱਕੀ ਸੀਗੀ ਜ਼ਿਮੀਂਦਾਰ ਦੀ, ਜੱਟ ਦੀ, ਉਹ 4 ਚ ਵੱਢ ਕੇ ਨਹਿਰੂ ਦੀ ਕਾਨਫਰੰਸ ਕਰਾਈ ਸੀ ਕੁਇਟ ਇੰਡੀਆ ਮੂਵਮੈਂਟ ਦੀ ਕਾਮਰੇਡ ਸੁਰਜੀਤ ਨੇ ਆਪਣੇ ਪਿੰਡ। ਲੋਕਾਂ ਨੂੰ ਇਤਿਹਾਸ ਪਤਾ ਹੀ ਨਹੀਂ ਹੈ। ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਫਿਰਦੇ ਆ ਇਹ, ਜਿੱਥੇ ਦੇਖੋ ਫੋਟੋ ਲਾਈ ਫਿਰਦੇ ਆ ਸ਼ਹੀਦ ਭਗਤ ਸਿੰਘ ਦੀ। ਲੁੱਟ ਪਾਈ ਪਈ ਆ ਪੰਜਾਬ ਦੇ ਵਿੱਚ ਉਸ ਨਾਮ ਤੇ, ਪਗੜੀ ਬਣ ਕੇ। ਐਂਡ ਚਰਨਜੀਤ ਲਾਲ ਦਾ ਪਤਾ ਨਹੀਂ ਤੁਹਾਨੂੰ? ਪੰਡਤ ਚਰਨਜੀਤ ਲਾਲ ਕੌਣ ਸੀ? ਪੰਡਤ ਚਰਨਜੀਤ ਲਾਲ was a child in the Lahore bomb case. He was equally convicted. He was not hanged ਕਿਉਂਕਿ ਚਾਈਲਡ ਐਕਟ ਲੱਗਦਾ ਸੀ। ਉਹ ਫਿਰ ਰੋਪੜ ਤੋਂ ਇਲੈਕਸ਼ਨ ਲੜਿਆ CPIM ਤੇ, ਲੋਕਾਂ ਨੇ ਉਹਨੂੰ ਵੋਟਾਂ ਨਹੀਂ ਪਾਈਆਂ। ਰਬੜ ਦੀ ਚੱਪਲ ਪਾ ਕੇ ਰੱਖਦਾ ਸੀ, ਸਾਰੀ ਜ਼ਿੰਦਗੀ ਭਰ ਉਹਦੇ ਚ ਜੀਤੀ ਉਹਨੇ। ਕਿਆ ਉਹ ਹੈ ਨਹੀਂ, ਉਹਦੀ ਫੋਟੋ ਨਹੀਂ ਲੱਗੂਗੀ ਕਿਤੇ। ਉਹ ਫੋਟੋ ਉਹਦੀ ਲੱਗੂ ਜਿਹੜੇ ਮਰ ਗਏ ਉਹਨੂੰ ਸਿੰਘ ਕਰਨਗੇ। ਐਂਡ ਭਗਤ ਸਿੰਘ ਨੂੰ ਦਿਖਾਣਗੇ ਕੀ? ਸੈਂਡਰਸ ਨੂੰ ਗੋਲੀ ਮਾਰੀ। ਭਗਤ ਸਿੰਘ ਦੀ ਥਾਟ ਨਹੀਂ ਪੜਾਣਗੇ ਕਦੇ। ਖੋਲੋ ਚੇਅਰ ਸਿੰਘ ਦੀ, ਭਗਤ ਸਿੰਘ ਦੀ ਥਾਟ ਕੀ ਸੀ? ਹੀ ਵਾਸ ਐਥਿਸਟ। ਉਹ ਵਿਸ਼ਵਾਸ ਨਹੀਂ ਸੀ ਰੱਖਦਾ ਰਿਲੀਜਨ ਦੇ ਵਿੱਚ। ਹੀ ਵਾਸ ਅ ਕਮਿਊਨਿਸਟ। ਲਾਸਟ ਕਿਤਾਬ ਉਹਨੇ ਕਿਹੜੀ ਪੜ੍ਹੀ ਸੀ? ਲੈਨਿਨ ਦੀ ਕਿਤਾਬ ਪੜ੍ਹਨ ਲਈ ਟਾਈਮ ਮੰਗਿਆ ਸੀ, ਜਦੋਂ ਇਹਨੂੰ ਟਾਈਮ ਦਿੱਤਾ ਫਿਰ ਉਹ ਕਿਤਾਬ ਸੁੱਟੀ ਸੀ। ਉਹਨੂੰ ਉਹ ਕਿਤਾਬ ਇੱਕ ਦਿਨ ਪਹਿਲਾਂ ਉਹਦੇ ਲਾਇਰ ਨੇ ਲਿਆ ਕੇ ਦਿੱਤੀ ਸੀ। ਜਿਹੜਾ ਆਈਡੀਆ ਸੀ ਉਹਦਾ, ਜਿਸ ਥਿਊਰੀ ਤੇ, ਜਿਸ ਫਿਲਾਸਫੀ ਤੇ, ਜਿਸ ਆਈਡੀਓਲੋਜੀ ਤੇ ਉਹ ਗਵਾਹੀ ਦਿੰਦਾ ਸੀ, ਉਹਨੂੰ ਬੱਬਰਾਂ ਨੇ ਕਿਹਾ ਕਿ ਅਸੀਂ ਤੈਨੂੰ ਨਹੀਂ ਬੁਲਾਣਾ, ਤੂੰ ਕੇਸ ਕਟਾ ਦੇ। ਇਹਨੇ ਚੈਲੰਜ ਕਰਕੇ ਉਹਨੂੰ ਜਵਾਬ ਦਿੱਤਾ ਕਿ ਤੁਸੀਂ ਤਾਂ ਅਰਦਾਸ ਕਰਦੇ ਹੋ ਬੰਦ ਕਟਾਉਣ ਦੀ, ਮੈਂ ਤਾਂ ਸਿਰਫ ਕੇਸ ਕਟਾਏ ਹੈ, ਮੈਂ ਤਾਂ ਬੰਦ ਕਟਾਊਂਗਾ। ਐਂਡ ਬੰਦ ਕਟਾ ਕੇ ਗਿਆ। ਐਂਡ ਵੇਅਰ ਇਜ਼ ਦਿਸ ਥਾਟ ਗੋਨ ਨਾਓ? ਐਵੇਂ ਹਰ ਚੀਜ਼ ਤੇ ਰਿਲੀਜੀਅਸ ਡੌਗਮਾਸ ਲਿਆ ਕੇ ਵਿੱਚ ਵੜ ਲੈਂਦੇ ਆ। ਇੰਡੀਆ ਵਿਲ ਰਿਮੇਨ ਇੰਡੀਆ, ਚਾਹੇ ਇਹਨੂੰ ਭਾਰਤ ਕਹਿ ਲਓ, ਚਾਹੇ ਇਹਨੂੰ ਦੇਸ਼ ਕਹਿ ਲਓ, ਚਾਹੇ ਇਹਨੂੰ ਕੁਛ ਕਹਿ ਲਓ, ਹਿੰਦੁਸਤਾਨ ਕਹਿ ਲਓ, ਹਿੰਦੂਆਂ ਦਾ ਸਥਾਨ ਕਹਿ ਲਓ, ਤਾਂ ਵੀ ਇਹ ਭਾਰਤ ਹੋਊਗਾ। ਐਂਡ ਪੰਜਾਬ ਹੈ, ਪੰਜਾਬ ਨੂੰ ਤੁਸੀਂ ਖਾਲਿਸਤਾਨ ਨਾਮ ਦੇ ਲਓ, ਵਾਟ ਇਜ਼ ਦੀ ਪ੍ਰੋਬਲਮ? ਦਿਸ ਵਿਲ ਰਿਮੇਨ ਅ ਡੋਮੀਨੈਂਟ ਏਰੀਆ ਜਿੱਥੇ ਗੁਰੂਆਂ ਦਾ ਛੋਹ ਪਈ ਹੈ। ਗੁਰੂਆਂ ਨੇ ਇੱਥੇ ਇੱਕ ਬੜੀ ਵੱਡੀ ਸੋਸ਼ਲ ਲਹਿਰ ਚਲਾਈ ਹੈ, ਇੱਕ ਬੜੀ ਨਵੀਂ ਥਾਟ ਦੇ ਕੇ ਗਏ ਹੈ, ਜਿਹੜੀ ਥਾਟ ਪੂਰੀ ਵਰਲਡ ਦੇ ਵਿੱਚ ਯੂਨੀਵਰਸਲ ਥਾਟ ਅੱਜ ਵੀ, ਈਵਨ ਟੁਡੇ ਇਟ ਇਜ਼ ਰੈਲੇਵੈਂਟ ਇਨ ਦਿਸ ਵਰਲਡ। ਸੋ ਯੂ ਹੈਵ ਟੂ ਸੇ ਦੇ ਕਿ ਇਹ ਗੱਲਾਂ ਛੋਟੀਆਂ ਜਿਹੀਆਂ ਚ ਗੱਲਾਂ ਚ ਪੈਣ ਲੱਗੇ ਹਨ। ਬਿਲਕੁਲ ਟਾਂਡਾ ਜੀ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਥੈਂਕ ਯੂ ਸਰ।
ਬਿਲਕੁਲ ਇਹ ਸੀ ਹਰੀਸ਼ ਰਾਏ ਟੰਡਾ ਜੀ ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਕਹਿੰਦੇ ਇੰਡੀਆ ਦਾ ਨਾਂ ਕੁਛ ਮਰਜ਼ੀ ਰੱਖ ਲਓ ਪਰ ਇੰਡੀਆ ਇੰਡੀਆ ਹੀ ਰਹੂਗਾ, ਕਿਉਂਕਿ ਇੰਡੀਆ ਇੱਕ ਇਹੋ ਜਿਹਾ ਨਾਂ ਹੈ ਜਿਹੜਾ ਕਿ ਹਰੇਕ ਧਰਮ ਤੋਂ ਹਰੇਕ ਧਰਮ ਦੇ ਨਾਲ ਇਹ ਜੁੜਦਾ। ਖੈਰ ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਤੋਂ ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।